Okay, let's start. Many congratulations, Pooja. First of all, today I would say I'm going to start with different thing. People start copying me. Has started copying me. Today we are not going to discuss only about bands, but the thing we really wanted to learn from Pooja. There are a number of things, countless I must say. The way she studied hard, the way she worked hard on certain things. Now the way she worked on her personality. She is completely a new person, I must say, क्योंकि उत्थे भी पटर जान जो करने सी भाजी ਦਾ ਨਾਮ ਕੀ ਸੀ ਜਦੀ ਨੂੰ ਪੁੱਛਦੇ ਪਏ ਸੀ ਕਿੱਦਾਂ ਮੇਰੇ ਅਫੇਅਰ ਕਿੱਦਾਂ ਠੀਕ ਚੱਲਦੇ ਨੇ ਸੋ ਆਈ ਵਾਸ ਅਮੇਜ਼ਡ ਟੂ ਸੀ ਕਿ ਹਾਂ ਬਈ ਅਫੇਅਰਸ ਮੈਂ ਕਿਹਾ ਸੁਣਿਆ ਤਾਂ ਇੱਕ ਹੀ ਸੀਗਾ ਪਰ 10 ਟਾਈਮ ਲੱਗ ਗਿਆ ਠੀਕ ਹੈ ਜੀ ਸੋ ਤੈਨੂੰ ਅਸੀਂ ਪਿਕਚਰਸ ਨਹੀਂ ਦਿਖਾਣਾ ਲੈਟਸ ਜਸਟ ਫੋਕਸ ਔਨ ਪੂਜਾ ਬੈਂਡ ਬਾਅਦ ਚੋਂ ਬਟ ਪਹਿਲਾਂ ਮੇਰੇ ਸੱਚੀ ਮੇਰੇ ਵੀ ਕੁਝ ਕੁਐਸਚਨ ਆ ਕਿ ਹਾਊ ਡਿਡ ਯੂ ਮੈਨੇਜ ਟੂ to cope up the stress you have been through ਉਹ ਕਿੱਦਾਂ ਹੋਇਆ ਕਿੱਦਾਂ ਨਹੀਂ ਕਿਉਂਕਿ ਅਗੇਨ ਬੈਂਡ ਵਾਲੀ ਤੇ ਗੱਲ ਬਾਅਦ ਚੋਂ ਤਾਂ ਆਪਾਂ ਕਰਾਂਗੇ ਡਿਸਕਸ ਬਟ ਹਾਂ ਉਹ ਚੀਜ਼ ਕਿੱਦਾਂ ਮੈਨੇਜ ਕੀਤੀ ਕੁਝ ਆਉਂਦਾ ਵੀ ਨਹੀਂ ਸੀ ਸਮਝ ਫਿਰ ਸਟ੍ਰੈਸ ਵੀ ਬਹੁਤ ਸੀਗਾ ਉਹਨੂੰ ਓਵਰਕਮ ਕਿੱਦਾਂ ਕੀਤਾ ਲੈਟਸ ਗੋ ਫॉर ਇਟ ਫਸਟ ਜਦੋਂ ਮੈਂ ਆਈ ਸੀ ਮਤਲਬ ਮੇਰੇ ਦਿਮਾਗ 'ਚ ਇਹ ਸੀ ਕਿ ਮੇਰੇ ਤੋਂ ਆਈਲੈਟਸ ਨਹੀਂ ਹੋਣੀ ਬਟ ਪੇਰੈਂਟਸ ਦਾ ਕਿਉਂਕਿ ਮੇਰੇ ਪੇਰੈਂਟਸ ਨੇ ਸਾਰੇ ਡ੍ਰੀਮ ਕੰਪਲੀਟ ਕੀਤੇ ਸੀ ਹੁਣ ਮੇਰਾ ਹੋਰ ਸੀ ਕਿ ਮੈਂ ਉਹਨਾਂ ਦੇ ਕਰਾਂ ਤੇ ਮੈਨੂੰ ਇਹ ਸੀ ਮੈਂ ਹਮੇਸ਼ਾ ਇਸ ਚੀਜ਼ ਤੋਂ ਭੱਜਦੀ ਸੀ ਕਿ ਮੈਂ ਨਹੀਂ ਇੰਗਲਿਸ਼ ਸਿੱਖਣੀ ਮਤਲਬ ਮੈਨੂੰ ਹੁਣ ਐ ਵੀ ਮੈਂ ਸਪੋਰਟਸ ਆਪਣੀ ਲਾਈਫ 'ਚ ਸੈੱਟ ਹੋ ਗਈ ਸਾਰਾ ਕੁਝ ਸੈੱਟ ਹੈ ਜੌਬ ਮਿਲ ਗਈ ਸਾਰਾ ਕੁਝ ਸਟੱਡੀ ਕੰਪਲੀਟ ਆ ਬਟ ਫਿਰ ਮੈਨੂੰ ਲੱਗਾ ਕਿ ਚਲੋ ਪੇਰੈਂਟਸ ਕਹਿੰਦੇ ਕਿ ਦੇਖ ਲੈ ਤੇਰੇ ਕੋਲ ਚਾਂਸ ਆ ਅਗਰ ਤੂੰ ਕਰ ਸਕਦੀ ਚਲੋ ਬੈਟਰ ਆ ਤੇ ਫਿਰ ਮੈਂ ਕਿਹਾ ਚਲੋ ਦੇਖਦੀ ਮੈਂ ਟਰਾਈ ਕਰਕੇ ਦੇਖਦੀ ਹਾਂ ਬਟ ਮੇਰੇ ਦਿਮਾਗ 'ਚ ਇਹ ਸੀ ਕਿ ਮੇਰੇ ਤੋਂ ਆਈਲੈਟਸ ਨਹੀਂ ਹੋਣੀ ਜਿਹੜੀ ਮੈਂ ਅੱਜ ਤੱਕ ਮਤਲਬ ਇਹਦੀ ਲਾਈਫ 'ਚ ਸੋਚਿਆ ਕਿ ਮੇਰੇ ਤੋਂ ਇਹ ਚੀਜ਼ ਹੋਣੀ ਨਹੀਂ ਹੈਗੀ ਬਟ ਮੈਂ ਫਿਰ ਵੀ ਟਰਾਈ ਕਰਦੀ ਹਾਂ ਮੈਂ ਉਹ ਸਟ੍ਰੈਸ ਨੂੰ ਲੈ ਕੇ ਆਈ ਕਿ ਮੇਰੇ ਤੋਂ ਹੋਣੀ ਨਹੀਂ ਬਟ ਮੈਂ ਫਿਰ ਵੀ ਫੈਮਿਲੀ ਦੇ ਮਤਲਬ ਉਹਨਾਂ ਨੂੰ ਸਟ੍ਰੈਸ ਹੋਈ ਸੀਗਾ ਕੋਈ ਹੋਰ ਵੀ ਸੀਗਾ ਸਟ੍ਰੈਸ ਮਤਲਬ ਇਹ ਸੀਗਾ ਕਿ ਜਿੱਦਾਂ ਮਤਲਬ ਸਾਰੇ ਮਤਲਬ ਮੇਰੀ ਲਾਈਫ 'ਚ ਬਹੁਤ ਚੀਜ਼ ਚੇਂਜਸ ਹੋਈਆਂ ਸੀਗੀਆਂ ਤੇ ਸ਼ਾਇਦ ਮੈਂ ਉਹਨੂੰ ਵੀ ਮੈਨੇਜ ਨਹੀਂ ਕਰ ਪਾ ਰਹੀ ਸੀਗੀ ਉਸ ਟਾਈਮ ਤੇ ਫਿਰ ਫੈਮਿਲੀ ਸਟ੍ਰੈਸ ਈਵਨ ਕਿ ਮੇਰਾ এনवायरमेंट ਪ੍ਰੋਪਰ ਚੇਂਜ ਹੋ ਗਿਆ ਸੀਗਾ ਇੱਕ ਤਾਂ ਹੁੰਦਾ ਕਿ ਤੁਹਾਡਾ ਫਿਜ਼ੀਕਲੀ ਅਸੀਂ ਇੱਥੇ ਰਨਿੰਗ ਨਹੀਂ ਨਾ ਕਰਦੇ ਸੀ ਐਕਸਰਸਾਈਜ਼ ਉਹ ਚੀਜ਼ ਮਤਲਬ ਮੇਰਾ ਚਲੋ ਵਰਕਆਊਟ ਇਦਾਂ ਦਾ ਸੀ ਕਿ ਮੈਂ ਜ਼ਿਆਦਾਤਰ ਬੈਠ ਕੇ ਵੀ ਮੈਂ ਨਹੀਂ ਮੈਨੇਜ ਕਰ ਪਾਉਂਦੀ ਕਿਉਂਕਿ ਮੇਰੀ ਸਰਜਰੀ ਹੋਈ ਸੀ ਤਾਂ ਮੈਨੂੰ ਇਹ ਸੀ ਕਿ ਮੈਂ ਵਰਕਆਊਟ ਕਰਾਂ ਤਾਂ ਮੈਨੂੰ ਸਾਰਾ ਡਾਈਜੈਸਟ ਹੀ ਤਾਂ ਹੋਣਾ ਬਟ ਫਿਰ ਸਾਰਾ ਦਿਨ ਮਤਲਬ ਪ੍ਰੋਪਰ ਮੇਰਾ ਚੇਂਜ ਹੋ ਗਿਆ ਕਿ ਸਵੇਰੇ ਅਰਲੀ ਮਾਰਨਿੰਗ ਤੋਂ ਲੈ ਕੇ ਇੰਨਾ ਟਾਈਮ ਤੱਕ ਬੈਠਣਾ ਜਿਹੜੀ ਮੇਨ ਪ੍ਰੋਬਲਮ ਇਹ ਸੀਗੀ ਕਿ ਅਦਰਵਾਈਜ਼ ਮੈਂ ਜਿੰਨਾ ਵਰਕਆਊਟ ਕਰਦੀ ਸੀ ਉਹਦੇ ਹਿਸਾਬ ਨਾਲ ਮੈਂ ਪ੍ਰੋਪਰ ਵਰਕ ਸਹੀ ਸੀ ਬਟ ਫਿਰ ਥੋੜਾ ਮੈਨੂੰ ਪ੍ਰੋਬਲਮ ਹੋਣ ਲੱਗ ਗਈ ਕਿਉਂਕਿ ਮੈਂ ਪਹਿਲੇ ਦਿਨ ਇੰਨਾ ਟਾਈਮ ਬੈਠੀ ਮੈਨੂੰ ਉਸ ਦਿਨ ਹੀ ਘਰ ਜਾ ਕੇ ਮੈਂ ਬਿਮਾਰ ਹੋ ਗਈ ਤੇ ਫਿਰ ਮੈਂ ਹੌਲੀ ਮਤਲਬ ਆਪਣੇ ਆਪ ਨੂੰ ਮੈਨੇਜ ਕੀਤਾ ਉਹ ਚੀਜ਼ ਨੂੰ ਫਿਰ ਮੇਰੇ ਘਰਦਿਆਂ ਨੇ ਈਵਨ ਕਿ ਮੈਂ ਆਪਣੀ ਦੀਦੀ ਘਰ ਸ਼ਿਫਟ ਹੋ ਗਈ ਔਰ ਸਾਰੇ ਨਾਲ ਜਿਹੜਾ ਜ਼ਿਆਦਾ ਸਟ੍ਰੈਸ ਮੇਰੇ ਉੱਤੇ ਉਹ ਸੀ ਜਿਹੜਾ ਮੇਰਾ ਫਰੈਂਡ ਸਰਕਲ ਸੀ ਉਹ ਚੇਂਜ ਹੋ ਗਿਆ ਮਤਲਬ ਮੈਂ ਆਪਣਾ सोसाइटी ਨਾਲ ਲਿੰਕ ਮੇਰੇ ਕੀ ਸੋਸਾਇਟੀ ਚ ਕੀ ਹੁੰਦਾ ਮੇਰਾ ਉਹ ਸਾਰਾ ਹੀ ਮਤਲਬ ਚੇਂਜ ਹੋ ਗਿਆ ਫਿਰ ਪਹਿਲਾਂ ਕਿੰਨੇ ਫਰੈਂਡਸ ਸੀਗੇ ਫਰੈਂਡਸ ਰੀਅਲ ਫਰੈਂਡ ਮਤਲਬ ਰੀਅਲ ਫਰੈਂਡਸ ਮੇਰੇ ਦੋ ਹੀ ਆ ਹਾਂ ਇੱਕ ਸੰਧਿਆ ਆ ਔਰ ਇੱਕ ਰੂਬੀਆ ਉਹ ਇੱਕ ਹੀ ਆ ਔਰ ਸੰਧਿਆ ਤਾਂ ਹੁਣ ਉਹ ਹੈਗੀ ਆ ਹਰਿਆਣੇ ਚ ਹੀ ਆ ਪਰ ਉਹਦੇ ਕਰਕੇ ਵੀ ਉਹ ਮੇਰੀ ਲਾਈਫ ਦਾ ਪਾਰਟ ਆ ਮੇਰੇ ਘਰ ਦੇ ਸਾਰਿਆਂ ਨਾਲ ਔਰ ਮੇਰੀ ਸਿਸਟਰ ਨੂੰ ਨਾ ਚਿੜ ਸੀ ਕਿ ਉਹਨਾਂ ਗੱਲ ਨਹੀਂ ਕਰਨੀ ਔਰ ਮੈਂ ਸਾਰਿਆਂ ਨਾਲ ਉਹਦੇ ਨਾਲ ਗੱਲ ਕਰਦੀ ਹੁੰਦੀ ਸੀ ਈਵਨ ਕਿ ਜੇ ਮੈਨੂੰ ਜਦੋਂ ਨਾ ਸਟ੍ਰੈਸ ਦੇ ਲੈਵਲ ਤੇ ਇੱਕ ਮੈਂ ਹਾਈ ਲੈਵਲ ਤੇ ਪਹੁੰਚ ਗਈ ਤੇ ਮੇਰੀ ਸਿਸਟਰ ਨੇ ਨਾ ਸਪੈਸ਼ਲ ਘਰੋਂ ਨੰਬਰ ਲਿਆ ਲਾਈਕ ਉਹਨੂੰ ਕਾਲ ਕੀਤੀ ਨਹੀਂ ਹੋਇਆ ਕੀ ਆ ਕਿ ਕਿੱਦਾਂ ਉਹ ਕਹਿੰਦੇ ਸਾਨੂੰ ਖੁਦ ਨਹੀਂ ਪਤਾ ਮਤਲਬ ਤੁਸੀਂ ਮਤਲਬ ਫਿਰ ਉਹਨੂੰ ਮੈਂ ਦੱਸਿਆ ਕਿ ਮੈਂ ਨਾ ਜਰਨਲ ਲਗਾਨੀ ਆ ਕਿ ਮੈਨੂੰ ਲੱਗਦਾ ਕਿ ਮੈਂ ਉਹ ਕਰ ਜਾਊਂਗੀ ਤੇ ਫਿਰ ਕਹਿੰਦੇ ਚਲੋ ਠੀਕ ਆ ਫਿਰ ਉਹ ਦੀਦੀ ਨੂੰ ਪਤਾ ਲੱਗ ਗਿਆ ਮਤਲਬ ਸਾਰਾ ਹੀ ਉਹਨਾਂ ਨੇ ਵੀ ਮਤਲਬ ਉਹ ਚੀਜ਼ ਦੇਖੀ ਬਟ ਇੱਕ ਹੁੰਦਾ ਬੰਦੇ ਨੇ ਇਮੋਸ਼ਨਲੀ ਇੱਕ ਘਰ ਦੀ ਫੈਮਿਲੀ ਮੈਂ ਉਸ ਚੀਜ਼ਾਂ ਨੂੰ ਬੈਲੈਂਸ ਕਰਕੇ ਮਤਲਬ ਫਿਰ ਅੱਗੇ ਲਾਈਫ 'ਚ ਮਤਲਬ ਸੋਚਿਆ ਕਿ ਨਹੀਂ ਉਹ ਚੀਜ਼ ਕਰਨੀ ਹੈ ਔਰ ਜਦੋਂ ਮੈਂ ਆਈਲੈਟਸ ਵਿੱਚ ਆਈ ਮੈਨੂੰ ਲੱਗਾ ਕਿ ਵਾਕਈ ਇੱਕ ਨਵੀਂ ਫੀਲਡ ਆ ਔਰ ਸ਼ਾਇਦ ਇੱਥੋਂ ਮੈਂ ਸਿਰਫ ਇੰਗਲਿਸ਼ ਸਿੱਖ ਕੇ ਨਹੀਂ ਗਈ ਮਤਲਬ ਇਸ ਟਾਈਮ ਸਿੱਖਦੀ ਹਾਂ ਮਤਲਬ ਮੈਂ ਬਹੁਤ ਜ਼ਿਆਦਾ ਨੌਲੇਜ ਸਿੱਖੀ ਔਰ ਮੇਨ ਮੋਟਿਵ ਸਿਰਫ ਇੱਕ ਲੈਂਗੁਏਜ ਸਿੱਖਣਾ ਨਹੀਂ ਸੀਗਾ ਮੇਰੇ ਮਤਲਬ ਮੈਨੂੰ ਲੱਗਦਾ ਸੀ ਕਿ ਮੈਂ ਲੈਂਗੁਏਜ ਹੀ ਸਿੱਖਣਾ ਬਟ ਫਿਰ ਜਦੋਂ ਸਰ ਨੂੰ ਮੈਂ ਦੇਖਿਆ ਕਿ ਸਰ ਦਾ ਸਾਨੂੰ ਨਾਲੋਂ ਬੈਸਟ ਪੜ੍ਹਾਉਣ ਦਾ ਤਰੀਕਾ ਔਰ ਮਤਲਬ ਉਹਨਾਂ ਦੀ ਜਿਹੜੀ ਸਟ੍ਰੈਟਜੀ ਸੀ ਮੈਥਡ ਸੀਗੇ ਮੇਬੀ ਉਹ ਚੀਜ਼ ਬਹੁਤ ਬੈਸਟ ਸੀ ਜਿਹਦੇ ਕਰਕੇ ਮੈਂ ਖੁਦ ਨੂੰ ਆਪਣਾ ਸਟ੍ਰੈਸ ਵੀ ਉਹਦੇ ਕਰਕੇ ਹੀ ਸਟ੍ਰੈਟਜੀ ਸਟਾਈਲ ਨਹੀਂ it was I must say it was kind of difficult for her to even say these or pronounce or even think of saying these words am I right or wrong it doesn't even really prepare ho gaya yaar और साइड मेनली ਇਹ ਸੀਗੀ ਕਿ ਮੈਨੂੰ ਸਿਰਫ ਇਹ ਫਿਰ ਮਤਲਬ ਮੈਂ ਇਹ ਸੋਚਿਆ ਕਿ ਲੈਂਗੁਏਜ ਸਿੱਖਣਾ ਜਿਹੜੀ ਗੱਲ ਆ
ਉਹ ਡਿਫਰੈਂਟ ਆ। ਪਰ ਸਰ ਨੇ ਕਿਹਾ ਕਿ ਨੌਲੇਜ ਹੋਣਾ, ਅਗਰ ਤੁਹਾਨੂੰ ਕਿਸੇ ਚੀਜ਼ ਦੀ ਵੀ ਨੌਲੇਜ ਆ ਤੇ ਮੇਬੀ ਤੁਸੀਂ ਬਹੁਤ ਕੁਝ ਕਰ ਸਕਦੇ ਆ ਲਾਈਫ ਦੇ ਵਿੱਚ। ਫਿਰ ਮਤਲਬ ਮੈਂ ਰੀਅਲ ਵਿੱਚ ਜਿਹੜੀ ਮੋਟੀਵੇਟ ਹੋਈ ਹਾਂ ਮੈਂ ਸਰ ਦੇ ਕੋਲੋਂ ਹੀ ਹੋਈ ਹਾਂ, ਕਿਉਂਕਿ ਇੱਕ ਤਾਂ ਅਗਰ ਸਾਨੂੰ ਵੀ ਚਾਹੀਦੀ ਨਹੀਂ, ਇੱਕ ਉਹ ਤੁਹਾਡਾ ਸੋਚਣ ਦਾ ਨਜ਼ਰੀਆ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਮੋਟੀਵੇਟ ਕਰਦੇ, ਕਿਸ ਮਤਲਬ ਕੋਈ ਚੀਜ਼ ਲਾਈਫ 'ਚ ਹੁੰਦੀ ਹੈ ਜਿੱਦਾਂ ਤੁਸੀਂ ਮੋਟੀਵੇਟ ਕਰਦੇ ਆ। ਔਰ ਸਰ ਮਤਲਬ ਸਹੀ ਦੱਸਾਂ ਤੇ ਮੈਂ ਸਰ ਤੁਹਾਡੀ ਲਾਈਫ ਤੋਂ ਹੀ ਇੰਸਪਾਇਰ ਹੋਈ ਹਾਂ। ਔਰ ਇੱਕ ਤਾਂ ਹੁੰਦਾ ਲਾਈਫ ਸੈਂਸ ਮੇਰੀ ਲਾਈਫ ਵਿੱਚ ਕੋਈ ਇੰਸਪਾਇਰ ਜਿਹੜੇ ਮਤਲਬ ਸਰ ਇੰਨਾ ਸਟਰਗਲ ਕਰਦੇ, ਕਿਉਂਕਿ ਜਦੋਂ ਵੀ ਕੋਈ ਵੀ ਹੋ ਸਕਦਾ ਕਿ ਹਰ ਆਪਣੀ ਫੀਲਡ ਵਿੱਚ ਬੈਸਟ ਹੋਵੇ, ਬਟ ਜਦੋਂ ਤੁਸੀਂ ਇੱਥੇ ਆਉਂਦੇ ਆ ਨਹੀਂ ਸਰ ਉਹ ਤਾਂ ਪਰਸਨਲ ਲਾਈਫ ਨਾਲ ਨਹੀਂ, ਮਤਲਬ ਜੋ ਕਹਿ ਲਓ ਆਪਾਂ ਡਾਲ ਉਹ ਤਾਂ ਨਹੀਂ, ਬਟ ਜੋ ਸਰ ਤੁਸੀਂ ਮਤਲਬ ਕਰਵਾਉਂਦੇ ਇਸ ਚੀਜ਼ ਮੈਥਡ ਜਿਹੜੇ ਤੁਸੀਂ ਸਟੱਡੀ ਕਰਵਾਈ ਆ, ਮੇਬੀ ਮੈਨੂੰ ਲੱਗਦਾ ਕਿ ਮੈਂ ਕਿਸੇ ਹੋਰ ਇੰਸਟੀਚਿਊਟ ਜਾ ਕੇ ਵੀ ਉਹ ਸਿੱਖਦੀ ਜਾਂ ਸਿੱਖ ਪਾਉਂਦੀ। ਈਵਨ ਕਿ ਮੈਂ ਚੇਂਜ ਵੀ ਇੰਸਟੀਚਿਊਟ ਕੀਤਾ ਸੀ ਆਫਟਰ ਜਦੋਂ ਮੈਂ ਦੂਸਰਾ ਐਗਜ਼ਾਮ ਦਿੱਤਾ ਸੀਗਾ, ਪਰ ਮੈਂ ਘਰਦਿਆਂ ਨੂੰ ਹੀ ਕਿਹਾ ਕਿ ਮੈਨੂੰ ਬਿਲਕੁਲ ਸਹੀ ਨਹੀਂ ਹੈਗਾ, ਉਦੋਂ ਪਾਪਾ ਦੀ ਤਬੀਅਤ ਖਰਾਬ ਸੀ ਤਾਂ ਮੈਂ ਇੱਥੇ ਆ ਵੀ ਨਹੀਂ ਸਕਦੀ ਸੀਗੀ। ਫਿਰ ਮੈਂ ਕਿਹਾ ਨਹੀਂ ਮੈਂ ਉੱਥੇ ਹੀ ਕਰਨੀ ਆ ਜੋ ਮਰਜ਼ੀ ਹੋਵੇ ਵੀ ਮੈਨੂੰ। ਔਰ ਮੈਨੂੰ ਸਟ੍ਰੈਸ ਲੈਣ ਦੀ ਵੀ ਇੱਕ ਓਵਰ ਸਟ੍ਰੈਸ ਲੈਣ ਦੀ ਇੰਨੀ ਹੈਬਿਟਸ ਹੋ ਗਈ ਸੀ ਕਿ ਨਾ ਉਹ ਜੇ ਉੱਥੇ ਰਿਲੈਕਸ ਮੈਥਡ ਨਾਲ ਕਰਵਾਉਂਦੇ ਸੀ ਮੈਨੂੰ ਬਿਲਕੁਲ ਪਸੰਦ ਨਹੀਂ ਆਉਂਦਾ ਸੀ ਉੱਥੇ ਬਸ ਮੋਡਿਊਲ ਕਰਾ ਕੇ ਚਲੇ ਜਾਂਦੇ, ਮਤਲਬ ਕੋਈ ਐਕਸਟਰਾ ਚੀਜ਼ ਜਿਹੜਾ। ਔਰ ਸਰ ਜਿਹੜੇ ਉਹੀ ਦੱਸ ਕਿ ਜਿਹੜੇ ਸਰ ਦੇ ਮੈਥਡ ਸੀਗੇ ਔਰ ਸਪੈਸ਼ਲੀ ਜਿਹੜਾ ਸਰ ਮਿਸ ਕੀਤੇ ਨਾ ਦੀ ਉੱਥੇ ਜਾ ਕੇ ਬਹੁਤ ਸਰ। ਔਰ ਸਰ ਮੇਰੇ ਲਿਖਣ ਦਾ ਜਿਹੜਾ ਤਰੀਕਾ ਸੀ ਜਿਹੜਾ ਮਤਲਬ ਈਵਨ ਕਿ ਮੇਰੇ ਸਰ ਮੈਮ ਨੂੰ ਵੀ ਪਤਾ ਕਿ ਜਿਹੜੀ ਮੇਰੀ ਸੈਂਟੈਂਸ ਫਾਰਮੇਸ਼ਨ ਮਤਲਬ ਉਹ ਕਦੇ ਸਹੀ ਨਹੀਂ ਹੋਈ ਸੀਗੀ, ਬਟ ਫਿਰ ਮਤਲਬ ਮੈਂ ਉਸ ਹਿਸਾਬ ਨਾਲ ਦੇਖਣਾ ਸ਼ੁਰੂ ਕਰਤਾ ਕਿ ਜਦੋਂ ਮੈਂ ਉਹ ਇੰਸਟੀਚਿਊਟ ਵਿੱਚ ਜੁਆਇਨ ਕੀਤਾ ਉਹ ਕਹਿੰਦੇ ਤੁਸੀਂ ਇੰਨਾ ਕੰਪਲੈਕਸ ਲਿਖਦੇ ਹੋ ਮਤਲਬ ਫਿਰ ਮੈਨੂੰ ਲੱਗਾ ਕਿ ਨਹੀਂ ਮਤਲਬ ਮੈਂ ਜੋ ਸੋਚਿਆ ਕਿ ਮੈਨੂੰ ਉੱਥੇ ਹੀ ਵਾਪਸ ਜਾਣਾ ਚਾਹੀਦਾ ਆ, ਕਿਉਂਕਿ ਜਿੱਥੇ ਤੁਹਾਨੂੰ ਇੱਕ ਜਗ੍ਹਾ ਤੁਸੀਂ ਸੈੱਟ ਹੋ ਜਾਂਦੇ ਹੋ ਨਾ, ਬੇਸ ਉੱਥੋਂ ਸਿੱਖ ਲੈਂਦੇ ਹੋ ਤੇ ਉਹ ਚੀਜ਼ ਤੁਹਾਨੂੰ ਮੇਬੀ ਅੱਗੇ ਜਾ ਕੇ ਪੋਜ਼ਿਟਿਵ ਹੀ ਰਿਜ਼ਲਟ ਦਿੰਦੀ ਆ। ਇਸ ਕਰਕੇ ਫਿਰ ਮੈਂ ਦੁਬਾਰਾ ਫਿਰ ਜੁਆਇਨ ਕੀਤਾ ਤੇ ਫਿਰ ਮੈਂ ਖਿਆਲ ਇੱਕ ਨਵੀਂ ਤੇ ਮਤਲਬ ਇੱਕ ਨਵੀਂ ਤਰੀਕੇ ਨਾਲ ਹਾਂ ਉਹ ਚੀਜ਼ ਆਈ, ਕਿਉਂਕਿ ਫਿਰ ਉਸ ਟਾਈਮ ਮੈਨੂੰ ਲੱਗਾ ਕਿ ਮੈਨੂੰ ਆਪਣਾ ਸਟ੍ਰੈਸ ਜਿਹੜਾ ਮੈਂ ਹਮੇਸ਼ਾ ਨਾਲ ਲੈ ਕੇ ਕਲਾਸ 'ਚ ਵੀ ਆਉਂਦੀ ਸੀ, ਜਿਵੇਂ ਕਿ ਇਹ ਨਹੀਂ ਕਿ ਮੈਨੂੰ ਪੇਪਰ ਸਟ੍ਰੈਸ ਸੀ, ਮੈਂ ਕਲਾਸ 'ਚ ਵੀ ਬਹੁਤ ਜ਼ਿਆਦਾ ਸਟ੍ਰੈਸ 'ਚ ਰਹਿੰਦੀ ਸੀਗੀ। ਤੇ ਉਹ ਚੇਂਜ ਕਿੱਥੋਂ ਆਇਆ ਜਦੋਂ ਤੁਸੀਂ ਇੰਟਰੈਕਟ ਕਰਨਾ ਸਟਾਰਟ ਕਰ ਲਿਆ? ਉਹ ਕਿਹੜਾ ਇੱਕ ਇਦਾਂ ਦਾ ਮੂਮੈਂਟ ਸੀਗਾ ਜਦੋਂ when you realized ਨਹੀਂ ਪੂਜਾ ਇਟਸ ਟਾਈਮ ਟੂ ਸਟੈਪ ਇਨ, ਇਦਾਂ ਨਹੀਂ ਚੱਲਣਾ, ਲਗਾ ਲਿਆ ਹੁਣ ਮਹੀਨਾ 2 ਮਹੀਨਾ 3 ਮਹੀਨੇ ਵੇਸਟ ਕਰ ਲਿਆ, ਹੁਣ ਆਈ ਨੀਡ ਟੂ ਸਟੈਪ ਇਨ। ਉਹ ਚੇਂਜ ਕਿੱਦਾਂ ਆਇਆ? ਉਹ ਚੇਂਜ ਸਰ ਜਦੋਂ ਤੁਸੀਂ ਹਿਸਟਰੀ ਜਦੋਂ ਹਿਸਟਰੀ ਦੀ ਤੁਸੀਂ ਕਿਹਾ ਕਿ ਘਰੋਂ ਪੜ੍ਹ ਕੇ ਆਣੀ ਹਰ ਇੱਕ ਟੌਪਿਕ ਤੇ, ਮੇਬੀ ਮੈਂ ਆਪਣੇ ਆਪ ਨੂੰ ਜਿਹੜਾ ਐਕਸਟਰਾ ਜਿਹੜਾ ਟਾਈਮ ਸੀ ਅਦਰ ਚੀਜ਼ ਦੇਖਣ ਨੂੰ ਸਪੈਂਡ ਕਰਦੀ ਸੀ, ਉਹ ਚੀਜ਼ ਮੈਂ ਉੱਤੇ ਕਰਨੀ ਮਤਲਬ ਪੋਜ਼ਿਟਿਵ ਤੇ ਹੀ ਅਦਰ ਚੀਜ਼ ਕਿੱਦਾਂ? ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਰਹੇ ਸਰ ਮਤਲਬ ਨਹੀਂ ਮੈਂ ਇੰਗਲਿਸ਼ ਕੁਝ ਵੀਡੀਓਜ਼ ਸੀਗੀਆਂ ਮੈਂ ਉਹ ਦੇਖਦੀ ਹੁੰਦੀ ਸੀ, ਮਤਲਬ ਉਹ ਜ਼ਿਆਦਾ ਵੈਸੇ ਕੁਝ ਵਰਡਸ ਉਹ ਇੰਟਰਸਟਿੰਗ ਸੀਗੀਆਂ, ਬਟ ਉਹ ਜਿੱਦਾਂ ਆਪਾਂ ਕਹਿੰਦੇ ਕਿ ਉਹ ਸਿਰਫ ਇੰਗਲਿਸ਼ ਸਿੱਖਦੇ ਸੀ, ਲੈਂਗੁਏਜ ਸਿੱਖਦੇ, ਬਟ ਉਹਦਾ ਮੇਨ ਜਿਹੜਾ ਸੀਗਾ ਕੁਝ ਸਿਖਾਉਣ ਦਾ ਜਿਹੜਾ ਸੀਗਾ ਕਿ ਇੱਕ ਆਈਡਲ ਚੀਜ਼ ਜਦੋਂ ਆਪਾਂ ਪੋਜ਼ਿਟਿਵ ਸਿੱਖਦੇ ਉਹ ਚੀਜ਼ ਨਹੀਂ ਸੀਗੀ, ਨੌਲੇਜ ਨਹੀਂ ਮਿਲਦੀ ਸੀ। ਵੈਸੇ ਤਾਂ ਲੈਂਗੁਏਜ ਤਾਂ ਸੁਣਦੇ ਸੀਗੇ ਕਿ ਸੁਣਦੇ ਆ, ਬਟ ਇੱਕ ਕਹਿੰਦੇ ਹੁੰਦੇ ਨੇ ਕਿ ਉੱਥੋਂ ਸਾਨੂੰ ਨੌਲੇਜ ਕਿਸ ਲੈਵਲ ਦੀ ਮਿਲਦੀ ਆ, ਉਹ ਬਹੁਤ ਮਾਇਨੇ ਰੱਖਦਾ। ਉਹ ਜਦੋਂ ਮੈਂ ਹਿਸਟਰੀ ਪੜ੍ਹਨੀ ਹਰੇਕ ਟੌਪਿਕ ਦੇ ਸਰ ਨੇ ਟੌਪਿਕ ਦਿੱਤਾ, ਉਹ ਮਤਲਬ ਉਹਨੂੰ ਪੋਜ਼ਿਟਿਵ ਵੇ ਨਾਲ ਲੈ ਕੇ ਗਈ ਉਹਨੂੰ ਪੜ੍ਹਨਾ, ਇਵਨ ਕਿ ਅਗਰ ਸਰ ਟਾਰਗੇਟ ਦਿੰਦੇ ਸੀ ਚਾਹੇ ਰਾਤ ਦੇ 1 ਵਜ ਜਾਂਦੇ ਸੀ, ਬਟ ਮੈਂ ਉਹ ਕਰਕੇ ਸੁਣਦੀ। ਮੇਰਾ ਬ੍ਰਦਰ ਵੀ ਮੈਨੂੰ ਕਹਿੰਦਾ ਸੀ ਤੂੰ ਕੀ ਕਰਦੀ, ਮੈਂ ਕਹਿੰਦੀ ਮੈਂ ਪੜ੍ਹ ਕੇ ਹੀ ਸੋਣਾ, ਸਵੇਰੇ ਆ ਕੇ ਸਰ ਨੇ ਸੁਣਨਾ ਕਿ ਸ਼ਾਇਦ ਮੈਂ 2 ਵਾਰ ਮਿਸ ਕੀਤਾ ਜਦੋਂ ਮੇਰੇ ਭਾਂਜੇ ਦਾ ਉਹ ਹੋਇਆ ਸੀ ਸਰਜਰੀ ਹੋਈ ਸੀ, ਉਸ ਤੋਂ ਮੈਂ ਕਦੀ ਅੱਜ ਤੱਕ ਹਿਸਟਰੀ ਮਿਸ ਨਹੀਂ ਕੀਤੀ ਸੀਗੀ। ਸ਼ਾਇਦ ਮੇਰਾ ਉਹੀ ਜਿਹੜਾ ਹਾਰਡ ਵਰਕ ਸੀਗਾ ਤੇ ਉਹਨੇ ਮੇਰਾ ਨੌਲੇਜ ਇਨਕਰੀਜ਼ ਕੀਤੀ। ਅਗਰ ਤੁਹਾਡੇ ਕੋਲ ਨੌਲੇਜ ਆ ਮੇਬੀ ਤੁਸੀਂ ਕਿੰਨੇ ਵੀ ਵੀਕ ਹੋ ਤੇ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ। ਔਰ ਉਹੀ ਚੀਜ਼ ਮੈਨੂੰ ਇਹ ਸੀਗਾ ਕਿ ਪਹਿਲਾਂ ਮੈਨੂੰ ਆਂਦਾ ਕੁਝ ਨਹੀਂ ਸੀ, ਚਾਹੇ ਮੇਰੇ ਕੋਲ ਕੌਨਫੀਡੈਂਸ ਸੀਗਾ, ਬਟ ਜਿੰਨੇ ਤੱਕ ਤੁਹਾਡੇ ਕੋਲ ਕੁਝ ਹੈ ਨਹੀਂ ਬੋਲਣ ਲਈ ਉਹਨੇ ਤੱਕ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਔਰ ਤੁਹਾਡੇ ਕੋਲ ਉਹ ਪੋਜ਼ਿਟਿਵ ਕੌਨਫੀਡੈਂਸ ਨਹੀਂ ਆ ਸਕਦਾ। ਦੀ ਇੱਕ ਚੀਜ਼ ਆਈ ਰੀਲੀ ਵਾਂਟਡ ਟੂ, ਆਈ ਥਿੰਕ ਲਾਸਟ ਟਾਈਮ ਮੈਂ ਕਹੀ ਵੀ ਸੀਗੀ ਕਿ ਇਵਨ ਟੀਚਰ ਅਗਰ ਮੈਂ ਆਪਣੀ ਗੱਲ ਕਰਾਂ, ਇਫ ਆਈ ਲੁੱਕ ਅਪ ਸਮਨ ਆਈ ਫੀਲ ਕਿ ਯਾਰ ਇਹਦੀ ਲਾਈਫ ਤਾਂ ਬੜੀ ਸਮੂਥ ਆ, ਜਿੱਦਾਂ ਆਈ ਐਡਮਾਇਰ ਸਰਟਨ ਪੀਪਲ ਇਨ ਮਾਈ ਲਾਈਫ, ਪਰ ਅਗਰ ਦੇਖਿਆ ਜਾਵੇ ਉਹਨਾਂ ਦੀ ਲਾਈਫ ਉਥਲ-ਪੁਥਲ ਹੋਈ ਹੁੰਦੀ ਹੈ, ਉਹਨਾਂ ਨੇ ਬੜਾ ਸਟਰਗਲ ਕੀਤਾ ਹੁੰਦਾ। What was the difference between being a sportsman, struggling in that particular field, and when it comes to education, struggling, stressing out at the same time? ਕੀ difference ਤੁਹਾਨੂੰ ਲੱਗਾ ਕਿ sports ਦੇ ਵਿੱਚ ਅਗਰ ਕੁਝ ਅਚੀਵ ਕਰਨਾ ਤੇ ਆਪਾਂ ਕਿੱਦਾਂ ਉਹਨੂੰ ਸਟ੍ਰੈਸ ਨੂੰ ਓਵਰਕਮ ਕਰਦੇ ਸੀ, ਤੇ ਜਿਹੜਾ ਸਟੱਡੀ ਦਾ ਓਵਰਕਮ ਆ ਪ੍ਰੈਸ਼ਰ ਉਹ ਕਿੱਦਾਂ ਕੀਤਾ? I think
ਮੇਨ ਚੀਜ਼ ਹੈ ਕਿ ਪ੍ਰੈਕਟਿਸ। ਤੁਸੀਂ ਲਾਈਫ 'ਚ ਕਿਸੇ ਚੀਜ਼ ਦੀ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਉਸ ਬੇਸ ਤੇ ਹੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਦਾ। ਮੈਂ ਸਪੋਰਟਸ 'ਚ ਸਿਰਫ ਇਹ ਸਿੱਖਿਆ ਸੀਗਾ ਕਿ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਹੋ, ਅਗਰ ਜਿੰਨਾ ਮਰਜ਼ੀ ਸਟ੍ਰੈਸ ਹੋਵੇ ਤੁਹਾਡੇ ਸਾਹਮਣੇ, ਜਦੋਂ ਤੁਸੀਂ ਸਟ੍ਰੈਸ 'ਚ ਵੀ ਹੋਗੇ, ਅਗਰ ਤੁਸੀਂ ਪ੍ਰੈਕਟਿਸ ਬੈਟਰ ਕੀਤੀ ਆ ਤੇ ਤਾਂ ਉਸ ਟਾਈਮ ਜਦੋਂ ਤੁਸੀਂ ਸਟ੍ਰੈਸ 'ਚ ਵੀ ਹੋਗੇ ਨਾ, ਤੁਹਾਡੀ ਉਹੀ ਪ੍ਰੈਕਟਿਸ ਕੀਤੀ, ਈਵਨ ਕਿ ਓਵਰਲੋਡ ਲੈ ਕੇ ਜਿੱਦਾਂ ਵੀ ਕੀਤਾ ਤੁਸੀਂ, ਕਿਸ ਸਿਚੁਏਸ਼ਨ 'ਚ ਕੀਤੀ ਆ, ਉਸ ਹਿਸਾਬ ਨਾਲ ਤੁਸੀਂ ਜਦੋਂ ਤੁਸੀਂ ਸਟ੍ਰੈਸ 'ਚ ਵੀ ਹੁੰਦੇ, ਅਗਰ ਤੁਸੀਂ ਉਹ ਬੈਸਟ ਆਪਣੀ ਪ੍ਰੈਕਟਿਸ ਕੀਤੀ ਆ, ਵਧੀਆ ਤਰੀਕੇ ਨਾਲ ਉਹ ਪ੍ਰੈਕਟਿਸ ਕੀਤੀ ਆ, ਤੇ ਮਤਲਬ ਉਸ ਚੀਜ਼ ਨੂੰ ਜਦੋਂ ਤੁਸੀਂ ਆਪਣੇ ਆਪ ਮੈਨੇਜ ਕਰਦੇ ਆ ਓਵਰ ਸਟ੍ਰੈਸ ਦੇ ਵਿੱਚ, ਤੇ ਉਹ ਪ੍ਰੈਕਟਿਸ ਹੀ ਆ ਜਿਹੜੀ ਤੁਹਾਨੂੰ ਉਸ ਟਾਈਮ ਤੁਹਾਨੂੰ ਉਸ ਚੀਜ਼ ਸਟ੍ਰੈਸ 'ਚ ਮੈਨੇਜ ਕਰਨ ਲਈ ਬੈਟਰ। ਅੱਛਾ ਇੱਕ ਚੀਜ਼ ਦੱਸੋ, ਇਹਨਾਂ 'ਚ ਕੋਈ ਸਪੋਰਟਸ ਪਰਸਨ ਨਹੀਂ ਹੈ ਮੇਰੇ ਮੂੰਹ ਸਾਰੇ? ਸਰ ਤੁਸੀਂ ਤਾਂ ਇੰਟਰਨੈਸ਼ਨਲ ਸਪੋਰਟਸ। ਓਏ ਹੋਏ ਨਹੀਂ, ਅਗਰ ਸਪੋਰਟਸ ਪਰਸਨ ਦੇ ਦਿਮਾਗ ਦੇ ਵਿੱਚ ਪਹਿਲਾਂ ਹੀ ਹੁੰਦਾ ਕਿ ਵੀ ਅਸੀਂ ਇਹ ਚੀਜ਼ ਨੂੰ ਓਵਰਕਮ ਕਿੱਦਾਂ ਕਰਨਾ, ਕਿੱਦਾਂ ਨਹੀਂ, ਕੋਚਿਸ ਨੇ ਦੱਸਿਆ ਹੁੰਦਾ ਕਿੱਦਾਂ ਨਹੀਂ ਕਰਨਾ, ਪ੍ਰੈਸ਼ਰ ਨੂੰ ਕਿੱਦਾਂ ਹੈਂਡਲ ਕਰਨਾ। ਅਗਰ ਅਸੀਂ ਨਾਰਮਲ ਗੱਲ ਕਰੀਏ, ਜਿਹੜਾ ਬੱਚਾ ਪੜ੍ਹਦਾ ਪਿਆ ਵਾ, ਉਹਦੇ ਲਈ ਸਟ੍ਰੈਸ ਮੈਨੇਜ ਕਰਨ ਲਈ ਤੁਸੀਂ ਕੀ ਐਡਵਾਈਸ ਕਰੋਗੇ ਕਿ ਆਹ ਚੀਜ਼ ਸਭ ਤੋਂ ਬੈਸਟ ਆ? ਫਸਟ ਜਿਹੜੀ ਤੁਹਾਡੀ ਫੇਵਰੇਟ, ਜਿਹੜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਮੂਡ ਚੇਂਜ ਕਰੋ। ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਸੈਡ ਆ ਤੇ ਤੁਸੀਂ ਫਨੀ ਚੀਜ਼ਾਂ ਸੁਣਨੀਆਂ ਸ਼ੁਰੂ ਕਰੋ, ਠੀਕ ਆ? ਉਹ ਚੀਜ਼ਾਂ ਫਨੀ ਲਾਈਕ ਫਨੀ ਤਾਂ ਯਾਦ ਆਇਆ, ਮੁੰਡੇ ਦਾ ਨਾਮ ਕੀ ਸੀ ਆਪਣਾ? ਜਤਿਨ ਨੇ ਇੱਕ ਵਾਰੀ ਗਾਣਾ ਗਾਇਆ ਸੀਗਾ, ਮੇਰਾ ਤਾਂ ਮਾਰ ਇੱਕ ਵਾਰ ਦਾ ਫਰਕ ਹੈ ਨਹੀਂ, ਮੈਂ ਤਾਂ 2-3 ਵਾਰੀ ਗਿਆ। ਮੈਂ ਵੀ ਕੋਈ ਇੱਕ ਹੀ ਰਿਕਾਰਡ ਪਈ ਆ, ਜਦੋਂ ਮੇਰਾ ਵੀ ਮਨ ਉਦਾਸ ਹੁੰਦਾ ਨਾ, ਮੇਰਾ ਗਾਣਾ ਸੁਣਦਾ। ਬਹੁਤ ਚੀਜ਼ਾਂ ਮਤਲਬ ਆਪਾਂ ਸਟ੍ਰਾਈਕ ਇਦਾਂ ਦਾ ਕੋਈ ਨਹੀਂ ਲੱਗਦਾ ਕਿ ਕੋਈ ਹੋਣਾ ਕਿ ਜਿਹੜਾ ਐਦਾਂ ਹੋਣਾ ਜਿਹੜਾ ਸਟ੍ਰੈਸ ਲਾਈਫ 'ਚ ਹੈ ਹੀ ਨਹੀਂ ਹੈਗਾ। ਮੈਂ ਕਿਹਾ ਸੀ ਨਾ ਪੁੱਛੋ, ਮੈਂ ਤਾਂ ਨਹੀਂ ਦੱਸ ਸਕਦਾ, ਮੈਂ ਇਹਨਾਂ ਦੀ ਹਿਸਟਰੀ ਬੋਲ ਦੂੰਗਾ। ਇਸ ਤਰ੍ਹਾਂ ਦਾ ਚਲੋ ਡਿਫਰੈਂਟ ਆ ਕਿ ਇਮੋਸ਼ਨਲ ਆ ਜਾਏ, ਵੈਸੇ ਸਟੱਡੀ ਦਾ ਇਵਨ ਕਿ ਨਹੀਂ ਮੈਨੂੰ ਨਹੀਂ ਪਤਾ, ਮੈਂ ਉੱਤੇ ਕਹਿੰਦਾ she's kept looking at me like ਸਾਨੂੰ ਮੇਰੇ ਬਾਰੇ ਹੀ ਪਤਾ। I'm just kidding with ਮਤਲਬ ਮੈਂ ਉਸ ਚੀਜ਼ ਨੂੰ ਫਿਰ ਪੋਜ਼ਿਟਿਵ 'ਚ ਲੈ ਕੇ ਆਉਂਦਾ। ਔਰ ਸਾਰਿਆਂ ਨਾਲੋਂ ਮੇਨ ਤੁਸੀਂ ਆਪਣਾ ਟਾਈਮ ਮੈਨੇਜ ਕਿੱਦਾਂ ਕਰਦੇ ਹੋ। ਅਗਰ ਉਹ ਸਟ੍ਰੈਸ ਵਾਲਾ ਟਾਈਮ ਤੁਸੀਂ ਆਪਣੇ ਆਪ ਨੂੰ ਇਹ ਸੋਚਦੇ ਕਿ ਮੈਂ ਉਸ ਚੀਜ਼ ਤੇ ਇਨਵੈਸਟ ਕਰਾਂ ਜਿਹਦਾ ਮੈਨੂੰ ਇਨ ਫਿਊਚਰ ਵਧੀਆ ਰਿਜ਼ਲਟ ਮਿਲੇ, ਤਾਂ ਸ਼ਾਇਦ ਮੈਂ ਆਪਣੇ ਟਾਈਮ ਨੂੰ ਇਸ ਤਰ੍ਹਾਂ ਹੀ ਮੈਨੇਜ ਕੀਤਾ ਕਿ ਮੈਂ ਹਿਸਟਰੀ ਔਰ ਸਰ ਨੇ ਕਿਹਾ ਸੀ ਰੀਡਿੰਗ ਬੈਸਟ ਕਰੋ, ਤੇ ਮੈਂ ਉਸ ਚੀਜ਼ ਦੀ ਮਤਲਬ ਉਹ ਚੀਜ਼ਾਂ ਵੀ ਉਹੀ ਪੜ੍ਹਨੀ ਸ਼ੁਰੂ ਕੀਤੀਆਂ ਜਿਹਦੇ ਮੈਨੂੰ ਅੱਗੇ ਫਿਊਚਰ ਹਰ ਚੀਜ਼ ਨਾਲ ਲਿੰਕ ਹੋ ਸਕੇ। ਤੁਹਾਡਾ ਤੁਸੀਂ ਹੁਣ ਸਟਿਲ ਹਿਸਟਰੀ ਪੜ੍ਹਦੇ ਸਰ ਜਿਹੜੀਆਂ ਵੀਡੀਓਜ਼ ਆ ਉਹ ਮਤਲਬ ਕੋਈ ਵੀ ਨੇਚਰ ਵਾਲਾ ਉਹ ਚੀਜ਼ ਦੇ ਦੀ, ਇਵਨ ਕਿ ਮੈਂ ਰਾਤੀ ਸ਼ੇਅਰ ਕਰਨ ਲੱਗੀ ਸੀ, ਮੈਂ ਨਹੀਂ ਕੋਈ ਨਹੀਂ ਇਦਾਂ ਅਸੀਂ ਕੱਢਿਆ ਨਹੀਂ ਗਰੁੱਪ 'ਚ। ਮੈਨੂੰ ਤਾਂ ਘਰ ਦੇ ਟਾਈਮ ਤੇ ਲਾਈਵ ਕਾਲ ਕਰਦਾ। ਪਹਿਲੇ ਛੜਾ ਨਹੀਂ ਸੀ। vocabulary ਔਰ ਸ਼ਾਇਦ ਉਹ ਇੰਨਾ ਇੰਟਰਸਟ ਇਨਕਰੀਜ਼ ਹੋਇਆ ਮੇਰਾ, ਮਤਲਬ ਮੈਂ ਹੁਣ ਅਗਰ ਫ੍ਰੀ ਵੀ ਹੁੰਦੀ ਹੈ ਨਾ, ਮੈਂ ਉਸ ਚੀਜ਼ ਸੋਚਦੀ ਕਿ ਮੈਂ ਉਹ ਚੀਜ਼ ਦੇਖਾਂ। ਔਰ ਮੇਨ ਚੀਜ਼ ਇਹ ਹੈ ਕਿ ਅਗਰ ਤੁਸੀਂ ਸਿਰਫ ਅਗਰ ਆਇਲਟਸ ਨੂੰ ਲੈਂਗੁਏਜ ਲੈ ਕੇ ਚੱਲੋਗੇ ਤਾਂ ਸ਼ਾਇਦ ਮੇਬੀ ਉਨਾ ਅਚੀਵ ਨਹੀਂ ਕਰ ਪਾਓਗੇ ਜਿੰਨਾ ਤੁਸੀਂ ਆਪਣੇ ਨੌਲੇਜ ਨੂੰ ਇਨਕਰੀਜ਼ ਵਾਓ ਕੀ ਬਾਤ ਹੈ, ਬਹੁਤ ਵਧੀਆ ਗੱਲ ਕੀਤੀ। ਮੈਂ ਸਿਰਫ ਅਗਰ ਸੋਚਦੀ ਸੀ ਕਿ ਆਇਲਟਸ ਇੱਕ ਮੇਰੇ ਲਈ ਹੋਊਗਾ ਜਾਂ ਮੇਰੇ ਤੋਂ ਨਹੀਂ ਹੋਣੀ ਹੈਗੀ ਜੋ ਮੈਂ ਅੱਜ ਤੱਕ ਸੋਚਦੀ ਆਈ ਹਾਂ। ਈਵਨ ਕਿ ਮੈਂ ਆਪਣੀ ਲਾਈਫ 'ਚ ਬਹੁਤ ਜਿੰਨਾ ਵੀ ਅਚੀਵ ਕੀਤਾ, ਮੈਂ ਇਸ ਚੀਜ਼ ਨੂੰ ਨਾ ਲਾਈਫ 'ਚ ਇੱਕ ਹੁੰਦਾ ਕਿ ਤੁਸੀਂ ਅਗਰ ਤੁਸੀਂ ਕਿਸੇ ਚੀਜ਼ 'ਚ ਨਹੀਂ ਕਰ ਸਕਦੇ ਤਾਂ ਉੱਤੇ ਟਾਈਮ ਵੇਸਟ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਕਿਸੇ ਹੋਰ ਚੀਜ਼ ਤੇ ਕਰ ਦਿਓ। ਮੈਂ ਉਹ ਚੀਜ਼ ਕਰਦੀ, ਮੈਂ ਹਰ ਆਪਣੀ ਲਾਈਫ 'ਚ ਅਚੀਵ ਕਰਦੀ ਗਈ, ਬਟ ਮੈਨੂੰ ਇਹ ਸੀਗਾ ਕਿ ਮੇਰਾ ਸ਼ਾਇਦ ਮੈਂ ਇੰਗਲਿਸ਼ 'ਚ ਕਿਤੇ ਨਾ ਕਿਤੇ ਵੀਕ ਹੈਗੀ ਹਾਂ। ਪਰ ਫਿਰ ਮੈਂ ਸੋਚਿਆ ਕਿ ਅਗਰ ਮੈਂ ਆਇਲਟਸ ਨਹੀਂ ਕਰਨੀ ਬਟ ਮੈਂ ਸਪੋਕਨ ਲਾਈਫ 'ਚ ਜ਼ਰੂਰ ਕਰਾਂਗੀ, ਜਿਹੜਾ ਕਿ ਮੈਂ ਆਪਣੀ ਇਸ ਵੀਕਨੈਸ ਨੂੰ ਦੂਰ ਕਰ ਸਕਾਂ। ਕਿਉਂਕਿ ਮੈਂ ਇਸ ਫੀਲਡ ਵਿੱਚ ਮਤਲਬ ਆਪਣੀ ਫੀਲਡ ਵਿੱਚ ਤਾਂ ਬੈਸਟ ਸੀ, ਬਟ ਲੈਂਗੁਏਜ ਦੇ ਬੇਸ ਤੇ ਮੈਂ ਬਹੁਤ ਜ਼ਿਆਦਾ ਮਤਲਬ ਡਾਊਨ ਸੀਗੀ। ਫਿਰ ਮੈਂ ਚਲੋ ਮੈਂ ਕਿਹਾ ਮੇਰੇ ਘਰ ਦੇ ਨੇ ਵੀ ਅਗਰ ਤੂੰ ਨਹੀਂ ਵੀ ਹੋਈ ਨਾ ਆਇਲਟਸ, ਐਟਲੀਸਟ ਉਹਦਾ ਤੇਰਾ ਪੋਜ਼ਿਟਿਵ ਰਿਜ਼ਲਟ ਤੇਰੇ ਵਰਕ ਦੇ ਵਿੱਚ ਹੀ ਆਊਗਾ ਕਿ ਅਗਰ ਤੂੰ ਆਪਣੇ ਵਰਕ ਨੂੰ ਮਤਲਬ ਕਿੱਦਾਂ ਮੈਨੇਜ ਕਰਦੀ ਆ ਉਸ ਚੀਜ਼ ਦਾ ਮਤਲਬ ਲੈਂਗੁਏਜ। ਕਿਉਂਕਿ ਆਈ ਥਿੰਕ ਨਵੀਂ ਲੈਂਗੁਏਜ ਸਿੱਖਣਾ ਕੋਈ ਬੁਰੀ ਗੱਲ ਤਾਂ ਨਹੀਂ ਹੈਗੀ, ਬਟ ਮੈਨੂੰ ਇਹ ਸਿਰਫ ਕਿ ਮੇਰੇ ਤੋਂ ਲੈਂਗੁਏਜ ਨਹੀਂ ਸਿੱਖਣੀ ਹੈਗੀ। ਫਿਰ ਇਸ ਮਤਲਬ ਫਿਰ ਵੀ ਮੈਂ ਕਿਤੇ ਨਾ ਕਿਤੇ ਹੋਪ ਲੈ ਕੇ ਚੱਲੀ, ਮੈਂ ਚਲੋ ਜੇ ਆਇਲਟਸ ਨਹੀਂ ਹੁੰਦੀ ਐਟਲੀਸਟ ਮੇਰੇ ਵਰਕ ਤੇ ਫਿਊਚਰ 'ਚ ਪੋਜ਼ਿਟਿਵ ਇਫੈਕਟ ਪਊਗਾ। ਮੈਂ ਉਸ ਚੀਜ਼ ਨੂੰ ਫਿਰ ਲੈ ਕੇ ਕੰਟੀਨਿਊ ਹੋਈ ਗਈ, ਤੇ ਉਸ ਤੋਂ ਬਾਅਦ ਮਤਲਬ ਫਿਰ ਮੈਂ ਐਗਜ਼ਾਮ ਵੀ ਦਿੱਤਾ, ਬਟ ਉਹਦੇ ਮੈਂ ਰੈਡੀ ਨਹੀਂ ਸੀ। ਸਾਨੂੰ ਵੀ ਪਤਾ ਸੀ ਕਿ ਮੈਂ ਪ੍ਰੋਪਰ ਰੈਡੀ ਨਹੀਂ ਹਾਂ, ਬਟ ਮੈਂ ਉਹ ਵੀ ਘਰਦਿਆਂ ਕਰਕੇ ਦਿੱਤਾ ਕਿ ਉਹ ਕਹਿੰਦੇ ਕਿ ਚਲੋ ਇੱਕ ਵਾਰ ਤੂੰ ਦੇਖ ਕੇ ਦੇਖ ਲਾ। ਅੱਛਾ ਘਰਦਿਆਂ ਤੋਂ ਯਾਦ ਆਇਆ, ਤੁਹਾਨੂੰ ਲੱਗਦਾ ਬੱਚੇ ਨੂੰ ਉਦੋਂ ਐਗਜ਼ਾਮ ਦੇਣਾ ਚਾਹੀਦਾ ਜਦੋਂ ਉਹ ਪ੍ਰਪੇਅਰ ਹੈ, ਜਾਂ ਜਦੋਂ ਘਰ ਦੇ ਕਹਿੰਦੇ 2 ਮਹੀਨੇ ਹੋ ਗਏ, 1 ਮਹੀਨਾ ਹੋ ਗਿਆ, 4 ਮਹੀਨੇ ਹੋ ਗਏ, 5 ਮਹੀਨੇ ਹੋ ਗਏ? ਜਦੋਂ ਤੱਕ ਆਈ ਥਿੰਕ ਬੱਚਿਆਂ ਨੂੰ ਮਤਲਬ ਮੇਨ ਜਿਹੜੇ ਤੁਹਾਡਾ ਫੀਡਬੈਕ ਕਿਸ ਤਰ੍ਹਾਂ ਦਾ, ਕਿਉਂਕਿ ਸਰ ਜਿੰਨ ਤੱਕ ਮੇਬੀ ਸਰ ਬੈਟਰ ਆ, ਸਰ ਨੂੰ ਬੈਟਰ ਐਕਸਪੀਰੀਅੰਸ ਹੈ ਇਸ ਚੀਜ਼ ਫੀਲਡ ਬਾਰੇ, ਮਤਲਬ ਕਿਉਂਕਿ ਸਰ ਨੂੰ ਵੀ ਪਤਾ ਸੀ ਕਿ ਮੈਂ ਉਸ ਟਾਈਮ ਰੈਡੀ ਨਹੀਂ ਹੈਗੀ, ਮੈਨੂੰ ਵੀ ਪਤਾ ਸੀ ਕਿ ਨਹੀਂ, ਬਟ ਫਿਰ ਵੀ ਮੇਰੇ ਪੇਰੈਂਟਸ ਨੇ ਕਿਹਾ ਇੱਕ ਵਾਰ ਤੂੰ ਦੇਖ ਕੇ ਦੇਖ ਲਾ।
ਕਿਉਂਕਿ ਮੈਂ ਇਹ ਸਭ ਕੁਝ ਜੋ ਆ ਇਦਾਂ ਵਰਡ ਮੈਨੂੰ ਬੜਾ ਇਰੀਟੇਟ ਕਰਦਾ, ਦੇਖ ਕੇ ਦੇਖ ਲਾ, ਮਤਲਬ ਦੇਖ ਕੇ ਦੇਖ ਲਾ, ਉਹ ਦੇਖ ਕੇ ਦੇਖਣ ਨੂੰ ਮੈਨੂੰ ਮੇਰੀ ਸਾਡੀ ਸ਼ਕਲ ਦੇਖ ਲੈ 16,250 ਨਹੀਂ, ਮਤਲਬ ਤਾਂ ਇਦਾਂ ਲੱਗਦਾ ਨਹੀਂ ਪੇਰੈਂਟਸ ਨੂੰ, ਵੈਸੇ ਹੀ ਗੱਲ ਕਰਨਾ ਕਿ 16,250 ਬਹੁਤ ਅਮਾਉਂਟ ਆ, ਫਿਰ ਰਿਜ਼ਲਟ ਵਧੀਆ ਨਹੀਂ ਆਣਾ, ਤੁਸੀਂ ਪ੍ਰੈਸ਼ਰ ਪਾਣਾ ਬੱਚੇ ਦੇ ਔਰ ਫਿਰ ਕਹਿਣਾ ਕਿ ਨਹੀਂ ਬਈ ਇਹ ਤਾਂ ਕੰਮ ਖਰਾਬ ਆ, ਤੁਹਾਨੂੰ ਲੱਗਦਾ ਇਹ ਗਲਤ ਆ? ਨਹੀਂ ਸਰ, ਇਹ ਚੀਜ਼ ਹੈ ਕਿ ਪੇਰੈਂਟਸ ਨੂੰ ਵੀ ਈਵਨ ਕਿ ਜਿੰਨੇ ਤੱਕ ਤੁਸੀਂ ਉਸ ਚੀਜ਼ ਦੇ ਲੈਵਲ ਤੇ, ਤੁਹਾਨੂੰ ਆਪਣੇ ਆਪ ਨੂੰ, ਹਰ ਇਨਸਾਨ ਨੂੰ ਪਤਾ ਹੁੰਦਾ ਕਿ ਅਸੀਂ ਕਿਸ ਲੈਵਲ ਤੇ ਹੈਗੇ ਆ, ਉਸ ਹਿਸਾਬ ਨਾਲ ਤੁਹਾਨੂੰ ਦੇਖ ਕੇ ਆਪਣੇ ਆਪ ਨੂੰ ਕਰੇ ਕਿ ਹਾਂ ਅਗਰ ਅਸੀਂ ਇਸ ਚੀਜ਼ ਨੂੰ ਅਚੀਵ ਕਰਨ ਦੇ ਲੈਵਲ ਤੱਕ ਆਗੇ ਪਹੁੰਚ ਚੁੱਕੇ ਆ, ਫਿਰ ਸਰ ਨਾਲ ਡਿਸਕਸ ਕਰੋ, ਮੇਬੀ ਫਿਰ ਤੁਸੀਂ ਅੱਗੇ ਦੇਖੋ ਕਿ ਹਾਂ ਅਸੀਂ ਐਗਜ਼ਾਮ ਦੇਣ ਦੇ ਮਤਲਬ ਕਹਿ ਸਕਦੇ ਕਿ ਅਸੀਂ ਐਗਜ਼ਾਮ ਦੇ ਸਕਦੇ, ਪੋਜ਼ਿਟਿਵ ਰਿਜ਼ਲਟ ਆ ਸਕਦਾ। ਅਗਰ ਤੁਹਾਡੇ ਪੇਰੈਂਟਸ ਤੁਹਾਨੂੰ ਫੋਰਸ ਕਰ ਰਹੇ ਆ, ਕਿਉਂਕਿ ਸਟੱਡੀ ਤੁਸੀਂ ਕਰ ਰਹੇ ਨਾ ਕਿ ਤੁਹਾਡੇ ਪੇਰੈਂਟਸ ਕਰ ਰਹੇ ਆ, ਮੇਨ ਗੱਲ ਜਿਹੜੀ ਇਹ ਚੀਜ਼ ਆ, ਨੋ ਡਾਊਟ ਉਹ ਇਨਵੈਸਟਮੈਂਟ ਕਰਦੇ ਪਏ ਆ, ਪਰ ਇੱਕ ਵਾਰ ਤੁਸੀਂ ਇਹ ਦੇਖੋ ਕਿ ਸਰ ਦਾ ਸੁਜੈਸਟ ਮੈਂ ਤਾਂ ਕਹਿੰਦੀ ਜ਼ਰੂਰ ਲਓ ਸਰ, ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਉਹ ਬੱਚਾ ਉਸ ਲੈਵਲ ਤੇ ਹੈਗਾ ਤਾਂ ਮੇਬੀ ਤੁਸੀਂ ਸਿੱਧਾ ਫੇਸ ਟੂ ਫੇਸ ਕਹਿ ਦੋ ਜ਼ਿਆਦਾ ਬੈਟਰ ਆ। ਮੈਂ ਕੀ ਕਹਿੰਦਾ ਨਹੀਂ ਤੁਸੀਂ ਇਵਨ ਕਿ ਤੁਸੀਂ ਤਾਂ ਕਹਿ ਦਿੱਤਾ ਸੀ ਕਿ ਨਹੀਂ, ਬਟ ਫਿਰ ਵੀ ਉਹ ਤਾਂ ਨਹੀਂ ਮੰਨੇ ਸੀ। ਚਲੋ ਜੀ, ਇੱਕ ਕੁਐਸਚਨ ਦਾ ਆਨਸਰ ਤੁਸੀਂ ਪਹਿਲਾਂ ਹੀ ਦੇ ਦਿੱਤਾ, ਗੱਲ ਕਹਿ ਕੇ ਕਿ IELTS is not only about language, it's about a combination of certain things, ਉਹ ਤੁਸੀਂ ਕਰਤਾ। ਇੱਕ ਲਾਸਟ ਚੀਜ਼ ਬਿਫੋਰ ਵੀ ਜੰਪ ਟੂ ਯਰ IELTS ਸਕੋਰ ਐਂਡ ਡਿਸਕਸ certain things, ਉੱਥੇ ਬਹਿ ਕੇ ਇਹਦਾ ਫੀਲਿੰਗ ਆਂਦੀ ਯਾਰ ਮੇਰਾ ਕਦੋਂ ਆਊਗਾ, ਇਦਾਂ ਮੈਂ ਵੀ ਇੱਥੇ ਖੜੀ ਹੋ ਕੇ ਮੈਂ ਵੀ ਕਹਿਣਾ ਜਾਂ ਮੈਂ ਵੀ ਆਪਣੇ ਦਿਲ ਦੀ ਪੜਾਸ ਕੱਢਣੀ ਆ, ਮਤਲਬ ਉਹ ਫਿਰ ਉਹ ਚੀਜ਼ ਡਰਾਈਵ ਕਰਦੀ ਆ ਕਿ ਹਾਂ ਬਈ ਕਰੋ ਯਾਰ, ਵਧੀਆ ਹੋਵੇ, ਨਿਕਲੇ, ਸਾਡੇ ਲਈ ਵੀ ਕੋਈ ਤਾੜੀਆਂ ਮਾਰ, ਕਿੱਦਾਂ ਲੱਗਦਾ ਜਦੋਂ ਕੋਈ ਤਾੜੀਆਂ ਮਾਰ? ਆਈ ਥਿੰਕ ਜਦੋਂ ਜਤਿਨ ਦਾ ਐਗਜ਼ਾਮ ਹੋਇਆ ਸੀ ਉਸ ਤੋਂ ਪਹਿਲਾਂ ਜਤਿਨ ਇੱਥੇ ਸੀ, ਬਟ ਜਤਿਨ ਇੱਥੇ ਸੀ? ਨਹੀਂ ਕਿਸੇ ਨੇ ਐਗਜ਼ਾਮ ਦਿੱਤਾ ਸੀ ਤੇ ਸਰ ਨੇ ਕਿਹਾ ਸੀ ਤੁਸੀਂ ਸ਼ੀ ਨੋਜ਼ ਟਰੂ ਸਿੰਦਰ ਨੂੰ ਵੀ ਪਤਾ ਦੇਖ ਲਾ, ਮੈਂ ਨਹੀਂ ਉਹਨੂੰ ਕਿਹਾ ਕੁਛ, ਮੈਂ ਤਾਂ ਕਿਹਾ ਵੀ ਨਹੀਂ ਕੁਛ ਨਾ, ਮੈਂ ਕਿਹਾ ਜੀ ਦਮਨ ਦੇ ਪੇਪਰ ਦਿੱਤੇ ਕਿਹੜੀ ਸੀ ਚੀਜ਼ ਦਾ ਸੀ? ਸਰ ਇਹਨਾਂ ਦੇ ਨਾਲ ਹੀ ਕਹਿੰਦੇ ਹੁੰਦੇ ਸੀ। ਸਿਮਰਨ ਤੇ ਦਮਨ ਦੇ ਉਹ ਸੀ, ਮਤਲਬ ਆਈ ਥਿੰਕ ਦਮਨ ਨੇ ਐਗਜ਼ਾਮ ਦਿੱਤਾ ਸੀ, ਭੁੱਲ ਗਿਆ। ਹਾਂਜੀ, ਦਮਨ ਐਗਜ਼ਾਮ ਦਾ, ਬਟ ਅੱਛਾ ਦਮਨ ਨੇ ਦਿੱਤਾ ਸੀ। ਦਮਨ ਐਗਜ਼ਾਮ ਤੋਂ ਸੀ, ਮਤਲਬ ਸਾਰੇ ਕਲੈਪ ਕਰਦੇ ਸੀ, ਮਤਲਬ ਸਰ ਨੇ ਇੱਕ ਚੀਜ਼ ਕਹੀ ਸੀ ਅਗਰ ਤੁਸੀਂ ਵੀ ਆਪਣੇ ਆਪ ਨੂੰ ਇੱਥੇ ਇਮੇਜਿਨੇਸ਼ਨ ਕਰਨਾ ਸ਼ੁਰੂ ਕਰੋਗੇ ਤਾਂ ਹੀ ਮੇਬੀ ਉਹ ਵੀ ਇੱਕ ਪੋਜ਼ਿਟਿਵ ਡਰਾਈਵ ਸੀਗੀ। ਤੇ ਮੈਂ ਹਮੇਸ਼ਾ ਜੇ ਉੱਥੇ ਬੈਠੀ ਸੀ ਮੈਂ ਸੋਚਦੀ ਸੀ ਕਿ ਮੇਰਾ ਦਿਨ ਕਦੋਂ ਹੋਊਗਾ ਕਿ ਜਦੋਂ ਮੈਂ ਇੱਥੇ ਖੜੀ ਹੋਵਾਂਗੀ, ਤੇ ਮੇਰੇ ਮਾਈਂਡ 'ਚ ਹਮੇਸ਼ਾ ਚੀਜ਼ ਚੱਲਦੀ ਸੀ ਕਿ ਨਹੀਂ ਮੈਂ ਵੀ ਇੱਕ ਦਿਨ ਇੱਥੇ ਖੜੀ ਹੋਣਾ ਆ, ਸ਼ਾਇਦ ਉਹ ਅੱਜ ਫਾਈਨਲੀ ਦਿਨ ਆ ਗਿਆ। ਚਲੋ ਜੀ, ਲੈਟਸ ਟਾਕ ਅਬਾਊਟ, ਪਹਿਲਾਂ ਲਿਖਣਾ ਨਹੀਂ ਆਉਂਦਾ ਸੀ, 6 ਬੈਂਡ ਰਾਈਟਿੰਗ 'ਚ ਕਮਾਲ ਆ, ਇਹ ਦੱਸੋ। ਲਿਖਣਾ ਵਾਲਾ ਇਦਾਂ ਨਹੀਂ ਆਉਂਦਾ ਸੀ ਉਦਾਂ, ਮਤਲਬ ਅਗਰ ਕਹਿ ਦੇਵੇ ਕਿ ਤੁਹਾਡੀ ਵਰਬ ਨੂੰ ਸੁਧਾਰਨ ਲਈ ਮੈਨੂੰ ਲੱਗਦਾ ਸਾਡੀਆਂ ਵਰਬਾਂ ਮਿਲੇਗੀ ਕਿ ਵਰਬ ਲਾ ਲਾ ਮਾਸੀ, ਵਰਬ ਲਾ ਲਾ। ਇਹ ਚੀਜ਼ ਤਾਂ ਐਸੀ ਇਵਨ ਕਿ ਵਰਬ ਫਾਰਮ ਵੀ ਨਹੀਂ, ਮੇਰੇ ਸੈਂਟੈਂਸ ਫਾਰਮੇਸ਼ਨ ਹੀ ਗਲਤ ਹੁੰਦੀ ਸੀ, ਮੈਂ ਜਿੰਨਾ ਮਰਜ਼ੀ ਕਰਾਂ ਮੇਰੀ ਇਹ ਸੈਂਟੈਂਸ ਗਲਤੀ ਕਿੱਥੇ ਹੁੰਦੀ ਸੀ? ਮਤਲਬ ਅਗਰ ਤੁਸੀਂ ਇੰਪਰੂਵ ਕੀਤਾ ਫਿਰ ਉਹ ਕਿਹੜੀ ਗਲਤੀ ਤੁਸੀਂ ਪਿਕ ਕੀਤੀ ਕਿ ਨਹੀਂ ਯਾਰ ਹੁਣ ਤਾਂ 2 ਮਹੀਨੇ ਹੋ ਗਏ ਇਹਨਾਂ ਨੂੰ ਵੀ ਕਲਪਦੇ ਨੂੰ, ਹੁਣ ਆਪਾਂ ਸੁਧਾਰ ਲਈਏ ਤਾਂ ਵਧੀਆ। ਉਹ ਕਿਹੜਾ ਇੱਕ ਏਦੀ ਦੀ ਚੀਜ਼ ਸੀ ਜਿਹਦਾ ਤੁਸੀਂ ਦੱਸਤਾ ਕਿ ਆ ਹਿਸਟਰੀ ਨੇ ਡਰਾਈਵ ਕੀਤਾ ਤੁਹਾਨੂੰ, ਉਹ ਚੇਂਜ ਕੀਤੀ, ਉਹ ਕਿਹੜੀ ਇਦਾਂ ਦੀ ਪ੍ਰੈਕਟਿਸ ਤੁਸੀਂ ਘਰ ਕਰਨੀ ਸਟਾਰਟ ਕੀਤੀ? ਜਿੱਦਾਂ ਆਪਣੇ ਕੋਲ ਹੈਗੇ ਇੱਕ ਦੋ ਬੱਚੇ ਜਿਹੜੇ ਅਜੇ ਵੀ ਥੋੜਾ ਜਿਹਾ ਵੀ ਨੀਡ ਟੂ ਫੋਕਸ ਔਨ ਕਿ ਹਾਂ ਉਹ ਵਰਬ ਦੀ ਮਿਸਟੇਕ ਨਾ ਹੋਵੇ, ਉਹ ਕਿਹੜੀ ਇਦਾਂ ਦਾ ਕਾਰਨ ਸੀਗਾ ਜਿਹਨਾਂ ਸੈਂਟੈਂਸ ਫਾਰਮੇਸ਼ਨ ਸਹੀ ਹੋਈ? ਫੀਡਬੈਕ ਸਾਰਿਆਂ ਨਾਲੋਂ ਬੈਸਟ ਕਿ ਪਹਿਲਾਂ ਇਗਨੋਰ ਮਾਰਦੇ ਹੁੰਦੇ ਸੀ? ਨਹੀਂ ਸਰ, ਫੀਡਬੈਕ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਸੀ ਕਿ ਸੈਂਟੈਂਸ ਫਾਰਮੇਸ਼ਨ ਗਲਤੀ ਕਿੱਥੇ ਹੋਈ ਹੈ, ਫਿਰ ਮੈਂ ਜਿਹੜੀ ਫੀਡਬੈਕ ਹੁੰਦੀ ਸੀ ਮੈਂ ਪੁੱਛਦੀ ਸੀ ਮੈਮ ਤੋਂ ਆ ਕੇ ਕਿ ਜਿਹੜੀ ਮੇਰੀ ਗਲਤੀ ਕਿੱਥੋਂ ਹੋਈ ਆ, ਮਤਲਬ ਕੀ ਮੈਂ ਮਿਸ ਕੀਤਾ, ਜਿਹੜੇ ਅੰਡਰਲਾਈਨ ਹੁੰਦੇ ਨੇ ਸੀ ਅੰਡਰਲਾਈਨ ਕਿਉਂ ਕੀਤਾ, ਪੂਰਾ ਸੈਂਟੈਂਸ ਸੀਗਾ ਤਾਂ ਜਦੋਂ ਮੀਨਿੰਗ ਗਲਤ ਆ ਕਿ ਉਹ ਅੰਡਰਲਾਈਨ ਕਿਉਂ ਕੀਤਾ ਗਿਆ। ਫਿਰ ਪ੍ਰੋਪਰ ਜਿੰਨ ਤੱਕ ਤੁਹਾਡੇ ਕੋਲ ਪੋਜ਼ਿਟਿਵ ਫੀਡਬੈਕ ਨਹੀਂ ਆਉਂਦਾ ਕਿ ਮਿਸਟੇਕ ਕਿੱਥੇ ਕੀਤੀ ਹੈ ਤੁਸੀਂ ਸੈਂਟੈਂਸ ਫਾਰਮੇਸ਼ਨ 'ਚ, ਜਾਂ ਵਰਬ ਮਿਸ ਆ ਤੁਹਾਡਾ, ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀ ਪਹਿਲਾਂ। ਫਿਰ ਜਦੋਂ ਮੈਂ ਦੁਬਾਰਾ ਮਤਲਬ ਉਹ ਚੀਜ਼ ਜਦੋਂ ਮੈਂ ਜੁਆਇਨ ਕੀਤਾ ਫਿਰ ਉਹ ਚੀਜ਼ ਤੇ ਮੈਂ ਡੇਲੀ ਫੋਕਸ ਕਰਨਾ, ਔਰ ਜਿਹੜੇ ਮੇਰੇ ਸਪੈਲਿੰਗ ਮਿਸਟੇਕ ਹੁੰਦੇ ਸੀ ਮੈਂ ਉਹਨੂੰ ਡੇਲੀ ਆਇਡੈਂਟੀਫਾਈ ਕਰਨਾ ਸ਼ੁਰੂ ਕੀਤਾ ਔਰ ਉਹਨੂੰ ਰਾਈਟ ਡਾਊਨ ਕਰਨਾ ਸ਼ੁਰੂ ਤਾਂ ਕਿ ਮੇਰੇ ਹੱਥੋਂ ਨਿਕਲ ਜਾਣ। ਫਿਰ ਇੱਕ ਵਾਰ ਗੋ ਥਰੂ ਹੋ ਗਏ ਉਹ, ਫਿਰ ਮੇ ਵੀ ਅੱਗੇ ਜਾ ਕੇ ਮੈਨੂੰ ਇਹ ਕਿ ਦੁਬਾਰਾ ਉਸ ਚੀਜ਼ ਤੇ ਉਹ ਨਾ ਹੋਵੇ। ਤੇ ਮੇਰੇ ਸਾਹਮਣੇ ਨਾਲ ਜ਼ਿਆਦਾ ਜਿਹੜੀ ਮਿਸਟੇਕ ਹੁੰਦੀ ਸੀ ਮੈਮ ਉੱਤੇ ਹਾਈਲਾਈਟ ਕਰਕੇ ਵੱਡਾ ਲਿਖਦੇ ਸੀ, ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੀ ਚੀਜ਼ ਤੇ ਅਸੀਂ ਸਮ ਟਾਈਮ ਕੀ ਹੁੰਦਾ ਕਿ ਉਹ ਚੀਜ਼ ਤੇ ਦੇਖਦੇ ਹੀ ਨਹੀਂ ਹੈਗੇ, ਬਟ ਮੈਂ ਆਪਣੀ ਉਹ ਚੀਜ਼ ਨੂੰ ਹਮੇਸ਼ਾ ਦੇਖਣਾ ਸ਼ੁਰੂ ਕੀਤਾ ਕਿ ਜਿਹੜੇ ਮੇਰੇ ਮਿਸਟੇਕ ਕਿੱਥੇ ਕਿੱਥੇ ਆ, ਸਪੈਲਿੰਗ ਮਿਸਟੇਕ ਕਿਹੜੀ ਆ, ਸੈਂਟੈਂਸ ਫਾਰਮੇਸ਼ਨ ਅਗਰ ਮੇਰੀ ਗਲਤ ਹੋਈ ਤਾਂ ਉਹਦੇ 'ਚ ਮੈਂ ਮਿਸ ਕੀ ਕੀਤਾ ਹੈ, ਜਾਂ ਉਹਦਾ ਮੀਨਿੰਗ ਗਲਤ ਆ, ਜਾਂ ਉਹਦੀ ਸੈਂਸ ਨਹੀਂ ਬਣਦੀ, ਉਹ ਚੀਜ਼ ਮੈਂ ਦੇਖਣੀ ਸ਼ੁਰੂ ਕੀਤੀ ਤੇ ਸ਼ਾਇਦ ਉਹਦੇ ਕਰਕੇ ਹੀ ਮਤਲਬ ਮੇਰਾ ਰਾਈਟਿੰਗ 'ਚ ਅਗਰ ਕਹੀਏ ਸਕੋਰ ਹੋਰ ਫਾਰ ਬੈਟਰ ਹੋ ਸਕਦਾ ਸੀ, ਹੋਰ ਫਾਰ ਬੈਟਰ ਹੋ ਸਕਦਾ ਸੀ, ਉਹਦੇ ਲਈ ਕੀ ਹੋਰ ਤੁਸੀਂ ਕਰਦੇ ਕਿ ਹਾਂ ਉਹ ਚੀਜ਼ ਹੋ ਜਾਂਦੀ? ਆਪਣੇ ਐਫਰਟ ਨੂੰ ਛੱਡ ਕੇ ਅਗਰ ਤੁਸੀਂ ਕਹਿੰਦੇ ਕਿ ਨਹੀਂ ਜੀ ਮੈਂ ਇੰਨੀ ਮਿਹਨਤ ਕਰਕੇ ਇੰਨਾ ਲੈ ਸਕਦੀ ਹਾਂ, ਆਪਣਾ ਫਰੇਮ ਆਫ ਮਾਈਂਡ ਚੇਂਜ ਕਰਕੇ ਇੰਨਾ ਲੈ ਸਕਦੀ ਹਾਂ,
ਅਗਰ ਮੈਮ ਹੁਣ ਸਾਡੇ ਤੋਂ ਜੁਆਇਨ ਕੀਤੀ ਆ, ਲਵਪ੍ਰੀਤ ਬਹੁਤ ਮਿਹਨਤ ਕਰਦੀ ਪਈ ਆ, ਮਤਲਬ ਸਾਨੂੰ ਵੀ ਕਦੀ ਕਦੀ ਮਾਨੀ ਜਿਹਾ ਭਰ ਜਾਂਦਾ ਇੰਨੀ ਕਮਜ਼ੋਰ ਕੁੜੀ ਨਹੀਂ। ਸਹੀ ਗੱਲ ਹੈ। ਜੇ ਅਸੀਂ ਕਹੀਏ ਕਿ ਅਸੀਂ 9 ਬੈਂਡ ਲੈ ਕੇ ਜਾਣਾ, ਮੈਂ ਜਸਟ ਕੀ ਕਰਾਂ, ਅਗਰ ਅਸੀਂ 9 ਬੈਂਡ ਲੈ ਕੇ ਜਾਣਾ ਹੈ ਜੀ ਪੂਰੇ ਓਵਰਆਲ ਤੇ ਕੀ ਕੀਤਾ ਜਾ ਸਕਦਾ? ਕਿਉਂ? ਕਿਉਂਕਿ the way you started, again I said you are a real achiever, seriously। क्यों? क्योंकि it's not about band के 6 ਬੈਂਡ ਆ ਗਏ, ਉਹ 'ਚ 5 ਆ ਗਏ, 10 ਆ ਗਏ, 15 ਆ ਗਏ, but it's about ਕਿ ਆਪਾਂ ਕਿੱਥੋਂ ਸਟਾਰਟ ਕੀਤਾ ਸੀ, ਕਿੱਥੇ ਲੈਂਡ ਹੋਏ ਆ। ਅਗਰ ਮੈਂ ਕਹਾਂ, ਤੁਸੀਂ honestly ਕਹਿਣਾ ਕਿ ਇਦਾਂ ਵੀ ਜਾ ਕੇ ਤੁਸੀਂ ਕਿਸੇ ਇੰਸਟੀਚਿਊਟ ਵਾਲਿਆਂ ਨੂੰ ਪੁੱਛੋਗੇ ਨਾ, ਆ ਚੀਜ਼ ਇਦਾਂ, I can you know swear on my death ਕਿ ਹਾਂ ਬਈ ਕੋਈ ਵੀ ਇੱਕ ਤੁਹਾਨੂੰ ਦੱਸ ਨਹੀਂ ਸਕੂਗਾ ਕਿ ਆ ਚੀਜ਼ ਇਦਾਂ ਵਾ, ਪਰ ਤੁਸੀਂ ਲਾ ਕੇ ਵੀ ਦੇਖ ਆਏ। ਪਰ ਅਗਰ ਅਸੀਂ ਗੱਲ ਕਰੀਏ ਕਿ ਅਗਰ ਆਪਾਂ 9 ਲੈਣੇ ਨੇ, ਜਸਟ ਐਗਜ਼ਾਮਪਲ, ਤੁਸੀਂ ਗੱਲ ਕੀਤੀ ਸੀ ਤੁਸੀਂ ਘਰ ਜਾ ਕੇ ਪ੍ਰੈਕਟਿਸ ਕੀਤੀ, ਸਾਡੇ ਕੋਲ ਹੋਰ ਹੈਗੇ ਪੂਨਮ, ਬਹੁਤ ਮਿਹਨਤ ਕਰਦੇ ਆ, ਸਪੈਲਿੰਗ ਮਿਸਟੇਕ ਹੁੰਦੀ ਹੈ ਤੇ ਇਹ ਕਦੀ ਕਦੀ ਬਸ ਤੇ ਇਦਾਂ ਲਿਖਾਂਦੀ ਹੈ ਕਿ ਮੇਰੀ ਸਪੈਲਿੰਗ ਮਿਸਟੇਕ ਸੀ, ਇਦਾਂ ਪ੍ਰੈਕਟਿਸ ਕਰਦੀ ਹੈ, ਸੀਟਾਂ ਤੇ ਲਿਖਾਂਦੀ ਹੈ, ਇੰਨੀ ਪ੍ਰੈਕਟਿਸ ਕਰਦੀ ਪਈ ਹੈ। ਅਗਰ ਇਹਨਾਂ ਨੇ 9 ਬੈਂਡ ਲੈਣੇ ਆ, ਠੀਕ ਹੈ ਜੀ, ਇਹਨਾਂ ਦਾ ਓਵਰਆਲ ਅਸੀਂ 9 ਘਟਾਣਾ, ਤੇ ਅਸੀਂ ਇਹ ਕੀ ਕਰਨ ਜਾ ਕੇ? ਕਿਉਂ? ਕਿਉਂਕਿ ਅਗਰ ਕਿਹਾ ਜਾਵੇ ਸ਼ੀ ਨੋਜ਼ ਦ ਲੈਂਗੁਏਜ ਅ ਬਿਟ, ਠੀਕ ਹੈ ਜੀ, ਸ਼ੀ ਇਜ਼ ਵਰਕਿੰਗ ਹਾਰਡ, ਦੀ ਵੋਕੈਬਲਰੀ ਪਿੱਛੇ ਉਹ ਨਹੀਂ ਤੁਸੀਂ ਕਹਿ ਸਕਦੇ, ਉਹ ਤਾਂ ਸਾਨੂੰ ਨਹੀਂ ਪਤਾ ਇੰਨੀ, ਤੁਹਾਨੂੰ ਪਤਾ ਹੁੰਦਾ ਵੈਸੇ ਰਾਮੂ ਨੇ ਟੱਕਰੇ ਉਹਦੇ ਉਹਨਾਂ ਦੀ ਸ਼ਰਨ ਚ ਹੀ ਆਏ ਆ। ਅੱਛਾ, ਅਗਰ ਗੱਲ ਕਰੀਏ ਕਿ ਮੈਂ ਸਤਵਿੰਦਰ ਦੇ 9 ਘੜਾਣੇ, ਇਹਨਾਂ ਦੇ 9 ਘੜਾਣੇ, ਇਹਨਾਂ ਨੂੰ ਮੈਂ ਕੀ ਇਦਾਂ ਦਾ ਕਰਵਾਵਾਂ ਜਾਂ ਇਹ ਕੀ ਇਦਾਂ ਦਾ ਕਰਨ ਕਿ ਜੇ 6 ਤੇ ਆਲਰੇਡੀ ਬੈਠੇ ਆ ਨਾ, ਇਹ 9 ਲੈ ਜਾਣ। ਜੇ ਮੰਨ ਲਓ ਤੁਸੀਂ, ਆਈ ਡੋਨਟ ਵਾਂਟ ਟੂ ਸੇ ਦੈਟ, ਅਗਰ ਤੁਸੀਂ 4 ਤੇ ਬੈਠੇ, ਤੁਸੀਂ 6 ਤੇ ਗਏ ਆ, ਤੁਸੀਂ ਉਹ ਕਿੱਦਾਂ ਗਏ ਆ ਤੁਸੀਂ ਸਾਰਾ ਦੱਸਤਾ, ਪਰ ਅਗਰ ਇਹਨਾਂ ਨੇ ਇਹ ਚੀਜ਼ ਕਰਨੀ ਹੈ ਕਿ ਇਹ ਫੀਲ ਕਰਦੇ ਆ ਜਾਣਗੇ ਬੈਂਡ ਲੱਗਦਾ 5.5 6 ਦਾ ਆ ਜਾਣਗੇ, ਤੇ 5.5 ਤੋਂ ਸਿੱਧਾ 9 ਦਾ ਜੰਪ ਅਸੀਂ ਕਿੱਦਾਂ ਲਵਾਈਏ? ਕੋਈ ਇੱਕ ਐਡਵਾਈਸ। ਕਿਉਂ? ਕਿਉਂਕਿ ਤੁਸੀਂ ਸੱਚੀ ਜਿਹੜਾ ਤੁਸੀਂ ਕਹਿੰਦੇ ਮੈਨੂੰ ਵਰਕ ਦਾ ਬਾਰ-ਬਾਰ ਟੋਕਿਆ ਔਰ ਥਰੂ ਆਊਟ 2 ਮਹੀਨੇ 3 ਮਹੀਨੇ ਉਹੀ ਚੱਲਦਾ ਰਿਹਾ, ਕਿਉਂ? ਮਿਸਟੇਕ ਹੀ ਨਹੀਂ ਸਹੀ ਹੁੰਦੀ ਸੀ, ਦੈਨ ਯੂ ਕੇਮ ਅਪ ਵਿਦ ਵਾਓ, ਨਹੀਂ, ਆਈ ਨੀਡ ਟੂ ਸਿਟ, ਆਈ ਨੀਡ ਟੂ ਸਟੱਡੀ ਹਾਰਡ, ਆਈ ਨੀਡ ਟੂ ਪੇ ਅਟੈਂਸ਼ਨ ਔਨ ਫੀਡਬੈਕ। ਕਿਹੜੀ ਇਦਾਂ ਦੀ ਚੀਜ਼ ਕਰੀਏ ਕਿ ਬੱਚੇ ਦੇ 9 ਓਵਰਆਲ ਆ? ਸਰ ਜਿਹੜੇ ਤੁਸੀਂ ਕਹਿੰਦੇ ਸੈਂਟੈਂਸ ਫਾਰਮੇਸ਼ਨ, ਔਰ ਸਰ ਮੈਂ ਮਤਲਬ ਉਹ ਵੀ ਚੀਜ਼ ਪਹਿਲਾਂ ਮੈਨੂੰ ਲੱਗਾ ਕਿ ਸਹੀ, ਜਦੋਂ ਮੈਨੂੰ ਲੱਗਾ ਕਿ ਮੈਂ ਪਤਾ ਲੱਗ ਗਿਆ, ਮੈंने फाइंड आउट किया, ਫਿਰ ਮੈਂ ਸੈਂਟੈਂਸ ਫਾਰਮੇਸ਼ਨ ਚੇਂਜ ਕਰਨੀ ਸ਼ੁਰੂ ਕੀਤੀ ਥੋੜੀ ਉਹਦੇ ਵਿੱਚ। ਔਰ ਸਰ ਜਿਹੜਾ ਤੁਸੀਂ ਫਸਟ ਜਿਹੜਾ ਤੁਸੀਂ ਇੰਟਰੋ ਔਰ ਕਨਕਲੂਜਨ ਬਣਾ ਕੇ ਦਿੱਤਾ ਸੀ, ਮੈਂ ਪਹਿਲਾਂ ਜਦੋਂ ਮੈਂ ਐਗਜ਼ਾਮ ਦਿੱਤਾ ਸੀ ਨਾ, ਮੈਨੂੰ ਲੱਗਦਾ 2 ਹਫ਼ਤੇ ਰਹਿੰਦੇ ਨੇ ਜਦੋਂ ਮੈਂ ਉਹ ਲਰਨ ਕਰਨਾ ਸ਼ੁਰੂ ਕੀਤਾ, ਬਟ ਮੈਂ ਪ੍ਰੋਪਰ ਉਹਨੂੰ ਕਨਵਰਟ ਕਿੱਦਾਂ ਕਰਨਾ ਮੈਨੂੰ ਨਹੀਂ ਆਉਂਦਾ ਸੀ ਉਸ ਟਾਈਮ। ਪਰ ਉਸ ਤੋਂ ਬਾਅਦ ਜਦੋਂ ਮੈਂ ਫਿਰ ਦੁਬਾਰਾ ਮੈਂ ਹਰ ਇੱਕ ਜਿਹੜੀ ਵੀ ਇੰਟਰੋ ਸੀ, ਜਿਹੜਾ ਤੁਸੀਂ ਫਿਕਸ ਬਣਾ ਕੇ ਦਿੱਤਾ ਸੀ, ਮੈਂ ਉਹਨੂੰ ਉਹ 'ਚ ਕਨਵਰਟ ਕਰਨਾ ਸ਼ੁਰੂ ਕੀਤਾ ਉਸ ਚੀਜ਼ ਤੇ। ਜਿਹੜਾ ਕਨਕਲੂਜਨ ਸੀਗਾ ਉਹਦੇ ਵਿੱਚ ਵੀ ਕਿੱਦਾਂ ਮਤਲਬ ਉਹਨੂੰ ਚੇਂਜਸ ਲੈ ਕੇ ਆ ਸਕਦੇ ਆ, ਉਹ ਚੀਜ਼ ਦੇ ਨਾਲ ਮਤਲਬ ਜਿਹਨੇ ਰਾਈਟਿੰਗ ਚ ਵੀ 9 ਲੈਣਾ ਆਪਾਂ, ਓਵਰਆਲ 9 ਚਾਹੀਦੇ ਸਾਨੂੰ, ਉਹਦੇ ਲਈ ਤੁਸੀਂ ਕੀ ਐਡਵਾਈਸ ਕਰੋਗੇ? ਕਿਉਂਕਿ ਤੁਸੀਂ ਯੂ ਹੈਵ ਬੀਨ ਗੋਨ ਥਰੂ ਸੱਚ ਅ ਜਰਨੀ ਜਿੱਥੇ ਕੁਝ ਨਹੀਂ ਸਮਝ ਆਉਂਦਾ ਸੀ, ਜਿੱਥੇ ਕਦੀ ਤੁਹਾਨੂੰ ਆਈ ਥਿੰਕ ਲਿਸਨਿੰਗ ਤੋਂ ਤੁਹਾਡੇ 3-4 ਵੀ ਆਏ ਹੋਣਗੇ, 2-3 ਕਿਉਂਕਿ ਮੈਨੂੰ ਇਹ ਨਹੀਂ ਪਤਾ ਸੀ ਕਿੰਨੇ ਮੋਡਿਊਲ ਕਿੱਦਾਂ ਸੋਲਵ ਕਰਨੇ, ਕੁਝ ਨਹੀਂ ਪਤਾ ਸੀ। ਮਤਲਬ ਮੈਂ ਜ਼ੀਰੋ ਸੀ ਜਦੋਂ ਮੈਂ ਸਰ ਮੈਂ ਇਸ ਫੀਲਡ ਬਿਲਕੁਲ ਜ਼ੀਰੋ ਆ ਕਿ ਮੈਨੂੰ ਕੁਝ ਨਹੀਂ ਆਉਂਦਾ। ਮੈਂ ਮਤਲਬ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਰੀਡਿੰਗ ਕਿੱਦਾਂ ਸੋਲਵ ਕਰਨੀ। ਜਦੋਂ ਮੈਂ ਪਹਿਲੇ ਦਿਨ ਆਈ ਕਿ ਰੀਡਿੰਗ ਵਿੱਚ ਕੀ ਹੁੰਦਾ, ਕੁਝ ਨਹੀਂ ਪਤਾ ਸੀ, ਬਿਲਕੁਲ ਬਲੈਂਕ ਸੀ ਜਦੋਂ ਮੈਂ ਇੱਥੇ ਆਈ ਸੀਗੀ। ਫਿਰ ਉਹ ਮਤਲਬ ਜਿੱਦਾਂ ਹੌਲੀ ਸਕਿੱਲ ਡਿਵੈਲਪ ਹੁੰਦੀਆਂ ਗਈਆਂ, ਮਤਲਬ ਉਹ ਚੀਜ਼ ਨੂੰ ਕਰਨਾ ਸ਼ੁਰੂ ਕੀਤਾ, ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਆਨਸਰ ਕਿੱਦਾਂ ਲਿਖਣੇ ਆ, ਕੀ ਉਹ ਕਹਿੰਦੇ ਪਏ, ਕੁਝ ਨਹੀਂ ਪਤਾ ਸੀ। ਤੇ ਸਰ ਨੇ ਕਿਹਾ ਸੀ ਆਨਸਰ ਚੈੱਕ ਕਰੋ, ਮੈਂ ਕਿਹਾ ਕਿੱਦਾਂ ਚੈੱਕ ਕਰਨੇ ਆ, ਮੈਨੂੰ ਪਤਾ ਸੀ। ਮਤਲਬ ਮੈਨੂੰ ਇੰਨਾ ਪਤਾ ਸੀ ਇੱਕ ਮੇਰਾ ਆਨਸਰ ਇਹ ਜਿੱਦਾਂ ਫਸਟ ਡੇ ਸੀ ਮੇਰਾ 1 ਨੰਬਰ ਆਇਆ ਸੀ ਲਿਸਨਿੰਗ ਜੋ, ਰੀਡਿੰਗ ਦਾ ਮੈਨੂੰ ਪਤਾ ਨਹੀਂ। ਉਹ ਵੀ ਕਿਹੜਾ ਸੀ ਦੱਸੀ? ABC ਹੋਣੀ ਹੈ। ਨਹੀਂ ਉਹਨਾਂ ਨੇ ਇਹ ਨੰਬਰ ਬਣਾ ਕੁਛ ਇਦਾਂ ਹਾਂ ਹੋ ਸਕਦਾ, ਮੈਂ ਵੀ ਉਹੀ ਹੋ ਸਕਦਾ, ਕਿਉਂਕਿ ਮੈਨੂੰ ਕੁਝ ਨਹੀਂ ਪਤਾ ਸੀ, ਬਿਲਕੁਲ ਬਲੈਂਕ ਸੀਗੀ। ਤੇ ਫਿਰ ਉਹ ਚੀਜ਼ ਅਗਰ ਜਿਸ ਤਰ੍ਹਾਂ ਦੀਆਂ ਸਰ ਦੀਆਂ ਮੈਥਡਸ ਆ ਜਿਹੜੇ ਨਾ, ਉਹ ਸਾਰਿਆਂ ਨਾਲੋਂ ਬੈਸਟ ਹੈ ਕਿ ਉਹਨੂੰ ਫੋਲੋ ਕੀਤਾ ਜਾਵੇ। ਕਿਉਂਕਿ ਜਿਹੜਾ ਪਰਸਨ ਇੱਥੇ ਆ ਕੇ ਤੁਹਾਨੂੰ ਟੀਚ ਕਰਦਾ ਆ, ਮੇਬੀ ਉਹ ਮਤਲਬ ਉਹਦੇ ਕੋਲ ਇੰਨਾ ਐਕਸਪੀਰੀਅੰਸ ਆ, ਤੁਸੀਂ ਉਸ ਚੀਜ਼ ਤੋਂ ਕਿੱਦਾਂ ਨਿਕਲ, ਅਗਰ ਉਸ ਪਾਥ ਨੂੰ ਤੁਸੀਂ ਫੋਲੋ ਕਰੋਗੇ ਤਾਂ ਮੇਬੀ ਤੁਸੀਂ ਹਰ ਚੀਜ਼ ਇਹ ਤੁਸੀਂ ਦੱਸੋ ਕਿਹੜਾ ਪਾਥ ਫੋਲੋ ਕਰੇ? ਜਿਹੜਾ ਤੁਸੀਂ ਕਰਵਾਉਣਾ ਨਹੀਂ ਉਹ ਤਾਂ ਮੈਂ ਕਰਵਾਉਣਾ, ਸਿਰਫ ਇਹ ਧਿਆਨ ਨਹੀਂ ਮੰਗਦੇ, ਪਰ ਫਿਰ ਵੀ ਤੁਸੀਂ ਐਡਵਾਈਸ ਕਰੋ ਬਈ ਕਿ ਇਹ ਚੀਜ਼, ਹਾਂ ਮੈਨੂੰ ਅਗਰ ਮੈਂ ਕਹਾਂ ਮੈਨੂੰ 1 ਤੋਂ 5 ਹੋਏ, 5 ਤੋਂ 10, 10 ਤੋਂ 15, 15 ਤੋਂ 20, ਉਹ ਕਿੱਦਾਂ ਹੋਏ ਇਹ ਦੱਸੋ ਕਿੱਦਾਂ ਹੋਏ? ਜੋ ਸਰ ਕਹਿੰਦੇ ਸੀ ਕਿ ਜਿਹੜੀ ਤੁਸੀਂ ਲਿਸਨਿੰਗ ਸੁਣਦੇ ਆ, ਉਹ ਲਿਸਨਿੰਗ ਜਦੋਂ ਉਹਦੇ ਸੀਸੀ ਓਪਨ ਕਰਕੇ ਉਹਦੇ ਵਰਡਸ ਜਿਹੜੇ ਉਹ ਚੈੱਕ ਕਰੋ, ਉਹਨੂੰ ਨਾਲ ਪੜੋ ਔਰ ਰਾਈਟਿੰਗ ਕਰੋ ਨਾਲ ਲਿਖਦੇ। ਸ਼ਾਇਦ ਮੈਂ ਇਸ ਟਾਈਮ ਜਦੋਂ ਮੈਂ ਦੁਬਾਰਾ ਜੁਆਇਨ ਕੀਤਾ, ਮੈਂ ਉਹ ਹਰ ਚੀਜ਼ ਫੋਲੋ ਕੀਤੀ ਜਿਹੜੀ ਤੁਸੀਂ ਕਹੀ ਆ। ਮੇਬੀ ਮੇਰੀ ਸਪੈਲਿੰਗ ਮਿਸਟੇਕ ਕਰਕੇ ਸ਼ਾਇਦ ਉਹਦੇ ਵਿੱਚੋਂ ਇਦਾਂ ਹੋ ਸਕਦਾ,
ਅਦਰਵਾਈਜ਼ ਮੈਂ ਕੋਸ਼ਿਸ਼ ਕਰਦੀ ਸੀ ਕਿ ਜਿੰਨਾ ਹੋ ਸਕੇ ਮਤਲਬ ਬਹੁਤ ਇੰਪਰੂਵਮੈਂਟ ਮੈਂ ਦੇਖੀ ਐਜ਼ ਕੰਪੈਰੀਜ਼ਨ ਪਹਿਲਾਂ। ਤੇ ਉਹ ਚੀਜ਼ ਸ਼ਾਇਦ ਉਸ ਜਦੋਂ ਮੈਂ ਸਰ ਦੀਆਂ ਜਿੰਨੀਆਂ ਸਟ੍ਰੈਟਜੀ ਸੀ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਪਹਿਲਾਂ ਨਹੀਂ ਕੀਤਾ ਫਿਰ ਪਹਿਲਾਂ ਸਰ ਮੈਨੂੰ ਮਤਲਬ ਸਟ੍ਰੈਸ ਹੀ ਇੰਨਾ ਸੀ ਕਿ ਅਗਰ ਜੇ ਮੈਂ ਕਰਦੀ ਵੀ ਸੀ ਨਾ ਤਾਂ ਮੇਰੇ ਤੋਂ ਮੈਨੇਜ ਹੀ ਨਹੀਂ ਹੋ ਪਾ ਰਿਹਾ ਸੀਗਾ। ਔਰ ਉਸ ਟਾਈਮ ਵਾਕਈ ਮਤਲਬ ਮੈਨੂੰ ਇੰਨਾ ਸਟ੍ਰੈਸ ਓਕੇ ਜੀ, ਆਰ ਯੂ ਹੈਪੀ ਇਨਫ ਕਿ ਪੇਰੈਂਟਸ ਨੇ ਸੈਕਿੰਡ ਟਾਈਮ ਪੁਸ਼ ਕੀਤਾ? ਬਹੁਤ ਵਧੀਆ ਹੈ ਸਰ। ਉਹਨਾਂ ਨੇ ਇਹ ਵੀ ਮਤਲਬ ਮੈਨੂੰ ਈਵਨ ਕਿ ਮੇਰੀ ਫੈਮਿਲੀ ਜਿੰਨੇ ਰਿਲੇਟਿਵ ਸੀਗੇ ਉਹਨਾਂ ਨੂੰ ਇਹ ਕਿਹਾ ਕਿ ਅਗਰ ਫਸਟ ਟਾਈਮ ਨਹੀਂ ਈਵਨ ਤੂੰ ਸੈਕਿੰਡ ਟਾਈਮ ਇੱਕ ਵਾਰ ਚਾਂਸ ਲੈ ਕੇ ਜ਼ਰੂਰ ਦੇਖ, ਉਹ ਸਿਰਫ ਤੇਰੇ ਲਈ ਉਹ ਸੀ। ਤੇ ਆਈ ਥਿੰਕ ਮੈਂ ਇਹ ਚੀਜ਼ ਸਿਰਫ ਮੇਰੇ ਘਰਦਿਆਂ ਲਈ ਈਵਨ ਕਿ ਮੈਂ ਜਿਹਨਾਂ ਨੂੰ ਕਹਾਂ ਕਿ ਉਹਨਾਂ ਨੇ ਤੇ ਇਨਵੈਸਟਮੈਂਟ ਕੀਤੀ ਆ, ਉਹ ਸਿਰਫ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਨੂੰ ਇੱਕ ਵਾਰ ਮਤਲਬ ਜਿੱਦਾਂ ਪੂਨਮ ਦੀ ਵੀ ਖੁਦ ਕਰਦੇ ਆ, ਮੈਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦਿਓ, ਮੈਂ 1 ਸਾਲ ਤੱਕ ਮੈਂ ਲੋਨ ਲਿਆ ਹੈ 1 ਸਾਲ ਤੱਕ ਮੈਂ ਜੌਬ ਕੀਤੀ, ਈਵਨ ਕਿ 2 ਟਾਈਮ ਕੀਤੀ ਤਾਂ ਕਿ ਮੈਂ ਸੇਵਿੰਗ ਕਰ ਸਕਾਂ ਔਰ ਸ਼ਾਇਦ ਮੈਂ ਉਹ ਸੇਵਿੰਗ ਆਪਣੀ ਸਟੱਡੀ ਤੇ ਇਨਵੈਸਟ ਕੀਤੀ ਤਾਂ ਕਿ ਮੇਰੇ ਪੇਰੈਂਟਸ ਨੂੰ ਬਿਲਕੁਲ ਵੀ ਸਟ੍ਰੈਸ ਨਾ ਹੋਵੇ ਇਸ ਚੀਜ਼ ਦਾ। ਆਈ ਥਿੰਕ ਜੇ ਪੇਰੈਂਟਸ ਤੁਹਾਡੇ ਲਈ ਇੰਨਾ ਕੋਆਪਰੇਟਿਵ ਕਰ ਸਕਦੇ ਤਾਂ ਸਾਡਾ ਵੀ ਫਰਜ਼ ਹੈਗਾ ਕਿ ਅਸੀਂ ਵੀ ਕੋਆਪਰੇਟਿਵ ਕਰੀਏ। ਮੇਰਾ ਤਾਂ ਸਹੀ ਦੱਸਾਂ ਕਿ ਮੈਂ ਆਪਣੀ ਲਾਈਫ ਵਿੱਚ ਉਸ ਲੈਵਲ ਤੇ ਪਹੁੰਚ ਚੁੱਕੀ ਸੀਗੀ ਕਿ ਮੈਨੂੰ ਹੁਣ ਕੁਝ ਨਹੀਂ ਚਾਹੀਦਾ ਲਾਈਫ ਦੇ ਵਿੱਚ, ਕਿ ਮੈਂ ਸੈੱਟ ਆ, ਸਾਰਾ ਕੁਝ ਸੈੱਟ ਹੈ। ਇਨ ਫਿਊਚਰ ਅਗਰ ਮੈਂ ਜੌਬ ਮਿਲ ਗਈ, ਸਟੱਡੀ ਕੰਪਲੀਟ ਹੋ ਗਈ, ਬਸ ਇਹ ਸੀਗਾ ਕਿ ਹੁਣ ਮੈਂ ਘਰ ਵਾਲਾ ਬਹੁਤ ਜੀ ਹਜੇ ਨਹੀਂ ਮਤਲਬ ਇਹ ਸੀ ਮਤਲਬ ਮੈਂ ਉਸ ਟਾਈਮ ਆਪਣੇ ਖੁਦ ਚਾਹੁੰਦੀ ਸੀ ਕਿ ਮੈਂ ਪੜਾਈ ਕਿੰਨੀ ਆ ਕੰਮ ਕਰਦੀ ਕਿ ਨਹੀਂ। ਫਿਰ ਉਸ ਤੋਂ ਬਾਅਦ ਮਤਲਬ ਮੈਂ ਈਵਨ ਕਿ ਮਾਸਟਰ ਲਈ ਵੀ ਅਪਲਾਈ ਕੀਤਾ ਸੀ, ਬਟ ਫਿਰ ਉਹਦੇ ਕਰਕੇ ਮੈਂ ਆਪਣਾ ਕੰਮ ਮੈਨੇਜ ਨਹੀਂ ਕਰ ਪਾਉਂਦੀ ਸੀ ਕਿਉਂਕਿ ਰੈਗੂਲਰ ਕਲਾਸਾਂ ਸੀਗੀਆਂ। ਮਤਲਬ ਉਹ ਚੀਜ਼ ਮੈਂ ਫਿਰ ਸੋਚਿਆ ਕਿ ਚਲੋ ਇੱਕ ਵਾਰ ਮੈਨੂੰ ਸਾਰਾ ਕੁਝ ਛੱਡਣਾ ਪਿਆ, ਜੌਬ ਪਾਰਟ ਟਾਈਮ ਵੀ ਛੱਡਣੀ ਪਈ, ਦੂਸਰੀ ਵੀ ਛੱਡਣੀ ਪਈ, ਦੋਨੋਂ ਛੱਡ ਕੇ ਫਿਰ ਮੈਂ ਕਿਹਾ ਚਲੋ ਇੱਕ ਵਾਰ ਮੈਂ ਇੱਥੇ ਹੀ ਹਾਰਡ ਵਰਕ ਆਪਣਾ ਲਗਾਵਾਂ, ਜਿੰਨਾ ਮਿਹਨਤ ਕੀਤਾ ਉਹ ਚੀਜ਼ ਲਗਾਵਾਂ। ਅੱਛਾ, ਜਿਹੜੀ ਤੁਸੀਂ ਗੱਲ ਕਹੀ ਹੁਣ ਆ ਤੁਸੀਂ ਇੱਕ ਗੱਲ ਕਹਤੀ ਛੱਡ ਕੇ, ਇਹਦਾ ਮਤਲਬ ਇੱਕ ਡਾਇਰੈਕਸ਼ਨ ਨੂੰ ਫੋਕਸ ਜ਼ਿਆਦਾ ਬੈਟਰ ਆ rather than 2-4 ਡਾਇਰੈਕਸ਼ਨਸ ਨੂੰ, ਰਾਈਟ? ਕਿਉਂਕਿ ਸਰ ਫਿਰ ਜਿਹੜੇ ਤੁਸੀਂ 50% ਉਸ ਆਪਣੇ ਕੰਮ ਤੇ ਲਾਉਂਦੇ ਆ, ਮੇਬੀ ਉਹੀ ਅਗਰ ਤੁਸੀਂ 100% ਇੱਕ ਕੰਮ ਨੂੰ ਦਿੰਦੇ ਸ਼ਾਇਦ ਉਹਨੂੰ ਤੁਸੀਂ ਜਲਦੀ ਅਚੀਵ ਕਰ ਸਕਦੇ ਹੋ। ਇਹ ਚੀਜ਼ ਜ਼ਿਆਦਾ ਮਾਇਨੇ ਕਿ ਅਗਰ ਤੁਸੀਂ ਉੱਤੇ 50% ਇਸ ਪਾਸੇ 50% ਇੱਥੇ So one of the best memory of sunshine, one of the best. ਆਈ ਥਿੰਕ ਮੈਨੂੰ ਇਹ ਫੈਮਿਲੀ ਦੀ ਤਰ੍ਹਾਂ ਸਨਸ਼ਾਈਨ ਮਿਲਿਆ ਇੱਕ ਤਰ੍ਹਾਂ ਕਿ ਮੈਂ ਆਪਣੇ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਕਿਸੇ ਨਾਲ ਇੰਨਾ ਜ਼ਿਆਦਾ ਇੰਟਰੈਕਟ ਨਹੀਂ ਕਰਦੀ ਸੀਗੀ। ਬਸ ਗੁੰਮ ਗਏ ਸੀ ਤੁਸੀਂ? ਇੰਟਰੈਕਸ਼ਨ ਸੀ ਮਤਲਬ ਮੈਨੂੰ ਕਿਸੇ ਨਾਲ ਸੀ ਜਤਿਨ ਸੀਗਾ ਤੇ ਨਾਲ ਜਤਿਨ ਜਿਹੜੇ ਫਰੈਂਡਸ ਹੁੰਦੇ ਸੀ ਸਿਰਫ ਉਹਨਾਂ ਨਾਲ ਹੀ ਮੈਂ ਥੋੜਾ ਮੇਰਾ ਤੁਸੀਂ ਜਤਿਨ ਦੇ ਨਾਲ ਫਰੈਂਡਸ ਤੇ ਕਿਉਂ ਫੋਕਸ ਕਰ ਰਹੇ ਜਤਿਨ ਤੇ ਫੋਕਸ ਕਰੋ ਨਾ। ਸਾਡੀ ਹੋਈ ਸੀ ਨਾ ਫਿਰ ਕਿਉਂਕਿ ਉਹ ਮਤਲਬ ਉਹ ਚੀਜ਼ ਸੀਗਾ ਫਿਰ ਮੈਂ ਉਹਨਾਂ ਥੋੜਾ ਇੰਟਰੈਕਸ਼ਨ ਉਹਨਾਂ ਨਾਲ ਹੋਵੇ, ਅਦਰਵਾਈਜ਼ ਕੋਈ ਕਿੱਦਾਂ ਕਰਦਾ ਹੁਣ ਤਾਂ ਪਿਆ ਬ੍ਰੇਕ ਟਾਈਮ ਵੀ ਨਹੀਂ ਬੰਦ ਹੁੰਦੀ ਸੀ। ਹੁਣ ਦੇ ਆਪਣੀ ਪੂਜਾ ਆ ਗਈ ਉੱਠੋ। ਤੇ ਫਿਰ ਉਸ ਟਾਈਮ ਮਤਲਬ ਜ਼ਿਆਦਾ ਫਿਰ ਜਦੋਂ ਜਿਹੜੇ ਤੁਸੀਂ ਫੰਕਸ਼ਨ ਕਰਾਉਣੇ ਮੇਨ ਚੀਜ਼ ਉਹ ਸੀ, ਫਿਰ ਉਦੋਂ ਥੋੜਾ ਇੰਟਰੈਕਸ਼ਨ ਸਰ ਨਾਲ ਵੀ ਥੋੜੀ ਕਰਨੀ ਸ਼ੁਰੂ ਕੀਤੀ। ਮੈਨੂੰ ਹਮੇਸ਼ਾ ਡਰ ਲੱਗਦਾ ਸੀ ਕਿ ਮੈਂ ਸਪੀਕਿੰਗ ਤੇ ਜਾਣਾ, ਮੈਂ ਸਭ ਦੇ ਕੋਲ ਸਪੀਕਿੰਗ ਤੇ ਜਾਣਾ, ਮਤਲਬ ਉਹ ਚੀਜ਼ ਸੀਗੀ। ਫਿਰ ਮਤਲਬ ਮੈਂ ਜ਼ਿਆਦਾਤਰ ਮੈਂ ਕਿਸੇ ਨਾਲ ਆਈ ਕੰਟੈਕਟ ਨਹੀਂ ਕਰ ਇਹਦੀ ਸਕਦੀ। ਮੈਮਰੀ ਪੁੱਛੀ ਹੈ ਮੈਮਰੀ। ਹਾਂ ਉਹੀ ਕਿਹਾ ਉਹਨਾਂ ਨੇ ਫੈਸਟੀਵਲ, ਉਹ ਕਹਿੰਦਾ ਕਿਤੇ ਉਧਰ ਨਾ ਚੱਲ ਜਾਵੇ। ਉਹਨੂੰ ਆਪਣੀ ਟੈਨਸ਼ਨ ਪੈ ਗਈ। ਉਹ ਕਹਿੰਦਾ ਮੇਰੀ ਸਪੀਕਿੰਗ ਨਹੀਂ ਗਿਆ। ਉਹ ਚੀਜ਼ ਜਦੋਂ ਫਿਰ ਮਤਲਬ ਆਪਾਂ ਕੋਈ ਵੀ ਇੰਜੋਇਮੈਂਟ ਕਰਦੇ ਆ ਤੇ ਉਹ ਚੀਜ਼ ਫਿਰ ਮੈਂ ਥੋੜਾ ਸਰਨਾ, ਫਿਰ ਮੈਨੂੰ ਲੱਗਾ ਕਿ ਹਾਂ ਕਿ ਉਹ ਚੀਜ਼ ਇੰਟਰੈਕਸ਼ਨ ਵੀ ਹੋਣ ਲੱਗੀ। ਮੇਨ ਫੈਸਟੀਵਲ ਤੇ ਜਦੋਂ ਆਪਾਂ ਸਾਰੇ ਇੰਜੋਇਮੈਂਟ ਕਰਦੇ ਹਾਂ ਥੋੜੀ ਹੋਰ ਵਧੀਆ ਇੰਟਰੈਕਸ਼ਨ ਹੁੰਦੀ ਆ, ਆਪਾਂ ਉਸ ਚੀਜ਼ ਨੂੰ ਜਲਦੀ ਐਡਜਸਟਮੈਂਟ ਕਰਦੇ ਹੋ। ਮਤਲਬ ਦੀ ਕੋਈ ਇੱਕ ਐਡਵਾਈਸ, ਚਲੋ ਰੈਪ ਅਪ ਕਰਦੇ ਹਾਂ, ਜਿਹੜੀ ਥੱਕ ਗਈ ਹੈ ਕੋਈ ਇੱਕ ਐਡਵਾਈਸ ਦੇ ਕੇ ਜਾਣਾ ਚਾਹੁੰਦੇ ਹਾਂ? ਇੱਕ ਐਡਵਾਈਸ ਇਹ ਕਿ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਸਰ ਤੋਂ ਬੈਟਰ ਕੋਈ ਹੋਰ ਟੀਚ ਕਰ ਮੈਂ ਐਡਵਾਈਸ ਕਿਹਾ ਵਾ ਤੇ ਮੇਰੀ ਪ੍ਰੇਜ਼ ਕਰਨ ਲੱਗ ਪਏ। ਨਹੀਂ ਐਡਵਾਈਸ ਕੋਈ ਸਰ ਬਹੁਤ ਕੁਝ ਸਿੱਖਿਆ ਸਰ ਦੇ ਕੋਲੋਂ ਕਿ ਕਿੱਦਾਂ ਮਤਲਬ ਜਿੰਨਾ ਸਰ ਨੇ ਐਫਰਟ ਲਗਾਇਆ ਆ ਕਿ ਆਪਣੇ ਇੱਕ ਇਹ ਨਹੀਂ ਹੈ ਕਿ ਸਰ ਸਿਰਫ ਤੁਹਾਨੂੰ ਟੀਚ ਕਰਨ ਲਈ ਉਹ ਚੀਜ਼ ਕਰ, ਈਵਨ ਕਿ ਅਗਰ ਤੁਸੀਂ ਅਚੀਵ ਕਰਕੇ ਇੱਥੇ ਕੁਝ ਲੈ ਕੇ ਆਉਂਦੇ ਹੋ ਸਰ ਦੀ ਵੀ ਅਚੀਵਮੈਂਟ ਆ, ਸਾਰਿਆਂ ਨਾਲੋਂ ਵੱਡੀ ਉਹਨਾਂ ਦੀ ਅਚੀਵਮੈਂਟ ਆ। ਆਈ ਥਿੰਕ ਉਹ ਜਿਹੜਾ ਉਹ ਹਾਰਡ ਵਰਕ ਕਰਦੇ ਆ, ਮੈਨੂੰ ਲੱਗਦਾ ਕਿ ਕੋਈ ਟੀਚਰ ਇੰਨਾ ਕਰਦਾ ਹੋਊਗਾ ਕਿ ਇਸ ਲੈਵਲ ਤੇ ਤੁਹਾਨੂੰ ਇੱਥੇ ਤੱਕ ਲੈ ਕੇ ਆਉਣ ਲਈ। ਤੇ ਐਡਵਾਈਸ ਇਹ ਹੈ ਕਿ ਜਿਸ ਤਰੀਕੇ ਨਾਲ ਸਰ ਕਹਿੰਦੇ ਆ ਆਈ ਥਿੰਕ ਉਹ ਜ਼ਿਆਦਾ ਬੈਟਰ ਉਸ ਚੀਜ਼ ਨੂੰ ਫੋਲੋ ਕਰੋ। ਕਿਉਂਕਿ ਮੈਂ ਸਟਾਰਟਿੰਗ ਦੇ ਵਿੱਚ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ, ਸ਼ਾਇਦ ਮੈਂ ਸਰ ਦੀਆਂ ਸਟ੍ਰੈਟੇਜੀਜ਼ ਨੂੰ ਫੋਲੋ ਹੀ ਨਹੀਂ ਕੀਤਾ ਸੀਗਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਕਿੱਦਾਂ ਕਰਨਾ। ਪਰ ਜਦੋਂ ਫਿਰ ਮੈਨੂੰ ਲੱਗਾ ਕਿ ਥੋੜਾ ਬਹੁਤਾ ਇਹ ਚੀਜ਼ ਕਰਨੀ ਚਾਹੀਦੀ ਆ, ਫਿਰ ਮੈਂ ਹਰ ਚੀਜ਼ ਜਿੱਦਾਂ ਸਰ ਨੇ ਕਿਹਾ ਉਸ ਚੀਜ਼ ਦੇ ਹਿਸਾਬ ਨਾਲ ਮੈਂ ਈਵਨ ਕਿ ਲਿਸਨਿੰਗ ਵੀ ਸੁਣਨੀ ਸ਼ੁਰੂ ਕੀਤੀ, ਇੱਕ ਦੋ ਵਾਰ ਲਿਸਨਿੰਗ ਕਰਨੀ ਸ਼ੁਰੂ ਕੀਤੀ, ਪਹਿਲਾਂ ਲਿਖ ਕੇ ਉਹ ਕੀ ਕਹਿੰਦੇ ਪਏ ਉਸ ਚੀਜ਼ ਨਾਲ ਸ਼ਾਇਦ ਮੇਰੀ ਸਪੈਲਿੰਗ ਮਿਸਟੇਕ ਔਰ ਮੇਰੀ ਸਪੀਡ ਵੀ ਇਨਕਰੀਜ਼ ਹੋਈ। ਔਰ ਮੈਂ ਜਦੋਂ ਵਰਡਸ ਵੀ ਦੇਖਦੀ ਸੀ, ਮਤਲਬ ਇੱਕ ਵਾਰ ਹੁੰਦਾ ਨਾ ਕਿ ਤੁਸੀਂ ਉਸ ਚੀਜ਼ ਨੂੰ ਵਰਡਸ ਨੂੰ ਦੇਖ ਲੈਂਦੇ ਆ, ਸ਼ਾਇਦ
ਉਹ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਆ ਜਦੋਂ ਤੁਸੀਂ ਉਹ ਚੀਜ਼ ਰਾਈਟ ਡਾਊਨ ਕਰਦੇ ਆ ਮਤਲਬ ਉਸ ਚੀਜ਼ ਨਾਲ ਔਰ ਸਾਨੂੰ ਨਾਲ ਬੈਸਟ ਜਿਹੜੇ ਸਰ ਤੁਸੀਂ ਹਿਸਟਰੀ ਕਰਵਾਈ ਆ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਮੈਂ ਸ਼ਾਇਦ ਹੋਰ ਫੀਲਡ ਵਿੱਚ ਇੰਨਾ ਜਾ ਕੇ ਕੁਝ ਸਿੱਖਣਾ ਨਾ ਜਿਹੜਾ ਮੈਂ ਇੱਥੋਂ ਉਸ ਹਿਸਟਰੀ ਦੇ ਲੈਵਲ 'ਚ ਬਾਕੀ ਚੀਜ਼ਾਂ ਬਾਰੇ ਸਿੱਖਿਆ Let's clap for Pooja. ਇੱਕ ਸਹੀ ਪਰਸਨ ਦਾ ਹੋਣਾ ਇੱਕ ਸਹੀ ਪਰਸਨ ਦਾ ਤੁਹਾਨੂੰ ਲਾਈਫ 'ਚ ਗਾਈਡ ਕਰਨਾ ਮਿਲਣਾ ਉਹ ਬਹੁਤ ਜ਼ਰੂਰੀ ਆ ਆਈ ਥਿੰਕ ਅਗਰ ਤੁਸੀਂ ਜਿੰਨਾ ਮਰਜ਼ੀ ਹਾਰਡ ਵਰਕ ਕਰੋ ਜਿੰਨੇ ਤੱਕ ਤੁਹਾਨੂੰ ਉਹ ਪਰਸਨ ਨਹੀਂ ਮਿਲਦਾ ਨਾ ਕਿ ਸਹੀ ਗਾਈਡ ਕਰਨ ਵਾਲਾ ਮੈਨੂੰ ਲੱਗਦਾ ਤੁਸੀਂ ਲਾਈਫ 'ਚ ਉਦੋਂ ਤੱਕ ਉਹ ਪੋਜ਼ਿਟਿਵ ਜਾਂ ਪੋਜ਼ਿਟਿਵ ਰਿਜ਼ਲਟ ਅਚੀਵ ਕਰ ਸਕਦੇ ਆ ਔਰ ਸ਼ਾਇਦ ਉਹ ਸਾਰੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਹਾਰਡ ਵਰਕ ਕਰਕੇ ਔਰ ਸਹੀ ਗਾਈਡ ਕਰਦੇ ਆ ਆਈ ਥਿੰਕ ਮੈਨੂੰ ਲੱਗਦਾ ਕਿ ਮੈਂ ਲਾਈਫ 'ਚ ਕੋਈ ਇਦਾਂ ਦੇ ਪਰਸਨ ਨੂੰ ਵੀ ਮਿਲੀ ਹੋਣੀ ਆ ਔਰ ਮੈਂ ਬਹੁਤ ਖੁਸ਼ ਹਾਂ ਕਿ ਮੈਂ ਰੱਬ ਨੇ बहुत ਇਹ ਪਰਸਨ ਨਾਲ ਮਿਲਾਇਆ ਇੱਕ ਦੋ ਗੱਲਾਂ ਕਹਿਣੀਆਂ ਤੁਹਾਡੇ ਬਾਰੇ ਆਈ ਰੀਲੀ ਵਾਂਟਡ ਟੂ ਸੇ ਵਨ অর ਟੂ ਥਿੰਗਸ ਅਗਰ ਆਪਾਂ ਕਹੀਏ ਕਿਸੇ ਨੇ ਇੱਥੇ ਮੈਨੂੰ ਇਨਸਪਾਇਰ ਕੀਤਾ ਨਾ there have been number of people but you are also one of them I must say ਕਿਉਂ ਕਿਉਂਕਿ ਅਗਰ ਮੈਂ ਜੇ ਗੱਲ ਕਰਦਾ ਪਿਆ ਸੀ ਹੁਣ ਆਪਾਂ ਪਹਿਲਾਂ ਵੀ ਡਿਸਕਸ਼ਨ ਕੀਤੀ ਸੀ ਕਿ ਹਾਂ ਵੀ ਕਾਲਜ ਲਾਈਫ ਕਿੱਦਾਂ ਗਈ ਯਾਦ ਹੋਵੇ ਇੱਕ ਵਾਰੀ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਆਪਾਂ ਬੈਠੇ ਸੀ ਤੁਸੀਂ ਕਹਿੰਦੇ ਸਰ ਮੈਂ ਉੱਥੇ ਜਾ ਕੇ ਘੁੰਮ ਕੇ ਆਈ ਹਾਂ ਇਦਾਂ ਆਈ ਹਾਂ ਉਦਾਂ ਆਈ ਹਾਂ ਬਟ ਆਈ ਪਰਸਨਲੀ ਫਾਊਂਡ ਕਿ ਦ ਵੇ ਆਈ ਸਪੈਂਡ ਮਾਈ ਚਾਈਲਡਹੁੱਡ ਟਿਲ ਮਾਈ ਯੰਗ ਏਜ ਠੀਕ ਹੈ ਮੈਂ ਵੀ ਇੱਦਾਂ ਹੀ ਰਿਹਾ ਕਿ ਸਾਈਕਲ ਤੇ ਆਪਾਂ ਕਾਲਜ ਚੱਲ ਜਾਂਦੇ ਸੀ ਕਦੀ ਕਿਸੇ ਵੱਲ ਧਿਆਨ ਨਹੀਂ ਦੇਣਾ ਕਾਲਜ ਨਹੀਂ ਮਿਸ ਕਰਨਾ ਕਲਾਸ ਨਹੀਂ ਮਿਸ ਕਰਨੀ ਔਰ ਚੁੱਪ ਚੁਪੀਤੇ ਘਰ ਆਣਾ ਸ਼ਰੀਫਾ ਨੂੰ ਫਿਰ ਠੀਕ ਹੈ ਜੀ ਉਹੀ ਚੀਜ਼ ਆਈ ਡੂ ਸੀ ਮਾਈ ਸੈਲਫ ਕਿ ਵੀ ਹਾਂ ਬਈ ਦੀਦੀ ਵੀ ਇੱਦਾਂ ਸੀਗੇ ਤਾਂ ਮੈਂ ਵੀ ਇੱਦਾਂ ਦਾ ਰਿਹਾ ਵਾਂ ਉਹ ਚੀਜ਼ ਨਾਲ ਇੱਕ ਹੋਰ ਅਟੈਚਮੈਂਟ ਹੋ ਗਈ ਬਟ ਅਗਰ ਕਹਾਂ ਕਿ ਕਿਸੇ ਨੇ ਇਨਸਪਾਇਰ ਕੀਤਾ ਵਾ ਕਿਸੇ ਨੇ ਚੇਂਜ ਕਰਕੇ ਉਹ ਸਟ੍ਰੈਸ ਲੈਵਲ ਤੋਂ ਓਵਰਕਮ ਹੋ ਕੇ ਕੀਤਾ ਯੂ ਨਾਓ ਆਈ ਮਸਟ ਸੇ ਕਿ ਉਹ ਮਤਲਬ ਅਗਰ ਕਹਾਂ ਕਿ ਰੀਸੈਂਟਲੀ ਜਿਹੜੀ ਮੈਨੂੰ ਯਾਦ ਆ ਇਦਾਂ ਨਹੀਂ ਬਾਕੀ ਮੈਰਿਡ ਬਹੁਤ ਪੜ੍ਹ ਕੇ ਗਿਆ ਮੈਂ ਆਈ ਡੂ ਗੈਟ ਇਨਸਪੀਰੇਸ਼ਨ ਫਰਮ ਹਰਪ੍ਰੀਤ ਇੱਕ ਸਟੂਡੈਂਟ ਲਾਈਕ ਸੀ ਆਈ ਸਟਿਲ ਰਿਮੈਂਬਰ ਕਿ ਉਹ ਇੱਥੇ ਆਪਣੇ ਬੱਚੇ ਨੂੰ ਫੀਡ ਕਰਵਾਉਂਦੀ ਸੀਗੀ ਔਰ ਫਿਰ ਨਾਲ ਹੀ ਉਹਨੇ ਲੈਕਚਰ ਲਗਾਉਣ ਆ ਜਾਣਾ ਉਹ ਮੈਂ ਉਹ ਕੁੜੀ ਦਾ ਵੀ ਹਾਰਡ ਵਰਕ ਦੇਖਿਆ ਵਾ ਮਤਲਬ ਅਗਰ ਮੁੰਡਿਆਂ ਦੀ ਗੱਲ ਕੀਤੀ ਤਾਂ ਮੈਨੂੰ ਨਾਮ ਹੀ ਨਹੀਂ ਆਉਂਦਾ ਅਗਰ ਕੁੜੀਆਂ ਦੀ ਗੱਲ ਕਹੀ ਜਾਵੇ ਕਿ ਇੰਨੀਆਂ ਕੁੜੀਆਂ ਦੇਖੀਆਂ ਮੈਂ ਜਿਨ੍ਹਾਂ ਨੇ ਫੋਕਸ ਹੋ ਕੇ ਨਾ ਇਦਾਂ ਆਪਣੀ ਲਾਈਫ ਨੂੰ ਚੇਂਜ ਕੀਤਾ ਨਾ ਔਰ ਪੋਜ਼ਿਟਿਵ ਹੋ ਕੇ ਨਿਕਲੀਆਂ ਅਮੇਜ਼ਿੰਗ ਸੀਰੀਅਸਲੀ ਬ੍ਰਿਲੀਅੰਟ I was expecting more honestly ਕਹਾਂ ਬਟ ਫਿਰ ਵੀ ਦੀ ਫਿਰ ਬੈਂਡ ਅਗੇਨ ਇੱਕ ਨੰਬਰ ਆ ਉਹਨਾਂ ਦੇ ਜਿੱਦਾਂ ਇਦਾਂ ਹੀ ਆ ਡਿਗਰੀਆਂ ਨੂੰ ਦੇਖ ਕੇ ਸਾਡੇ ਵਿਆਹ ਹੁੰਦੇ ਆ ਡਿਗਰੀਆਂ ਨੂੰ ਦੇਖ ਕੇ ਜਾਂ ਪੈਸਿਆਂ ਨੂੰ ਦੇਖ ਕੇ ਇਦਾਂ ਹੁੰਦਾ ਕਿ ਹਾਂ ਬਈ ਇਹ ਚੀਜ਼ ਹੁੰਦੀ ਹੈ ਜਾਂ ਸੋਸਾਇਟੀ ਸਾਡੀ ਵੈਲਿਊ ਪੈਂਦੀ ਹੈ ਬਟ ਇੱਕ ਗੱਲ ਕਹੂੰਗਾ ਮੈਂ ਤੁਹਾਨੂੰ ਆਪਣੇ ਵੱਲੋਂ ਕਹੂੰਗਾ ਦੀ ਜਿੱਦਾਂ ਦੇ ਹੈਗੇ ਨਾ ਉਦਾਂ ਦੇ ਰਹੀਓ ਕਦੀ ਵੀ ਕਿਸੇ ਕਰਕੇ ਨਾ ਚੇਂਜ ਹੋਈ ਹੋ ਕਦੀ ਵੀ ਕਿਸੇ ਕਰਕੇ ਇਹ ਪਰਸਨਲ ਨੋਟ ਤੇ ਰਿਕੁਐਸਟ ਆ ਪੀਪਲ ਔਰ ਆਈ ਮਸਟ ਸੇ ਬॉयਜ਼ ਨੀਡ ਗਰਲ ਲਾਈਕ ਯੂ ਠੀਕ ਹੈ ਕਿਉਂ ਕਿਉਂਕਿ ਪਤਾ ਹੀ ਅੱਜ ਕੱਲ੍ਹ ਕੁੜੀਆਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਔਰ ਅਗਰ ਜੋ ਤੁਸੀਂ ਹੈਗੇ ਨਾ ਮਾਈਂਡ ਮਾਈ ਵਰਡਸ ਲਾਈਫ 'ਚ ਅੱਗੇ ਜਾ ਕੇ ਤੁਸੀਂ ਇੰਨੀ ਅੱਗੇ ਜਾਣਾ ਨਾ ਤੁਹਾਡੀ ਲਾਈਫ ਸਮੂਥ ਹੋਣੀ ਹੈ ਤੁਸੀਂ ਕਹਿਣਾ ਹਾਂ ਵੀ ਹੁਣ ਮੈਂ ਜਿਹੜਾ ਧੱਕੇ ਖਾਣੇ ਸੀ ਜੋ ਮੇਰਾ ਸਟਰਗਲ ਸੀਗਾ ਉਹ ਨਿਕਲ ਗਿਆ ਰੱਬ ਕਰੇ ਤੁਹਾਡੀ ਲਾਈਫ ਬਹੁਤ ਅੱਗੇ ਜਾਵੇ ਹਨਾ ਮਸਤ ਸੇ ਤੁਹਾਡਾ ਜਿਹੜਾ ਵੀ ਘਰ ਵਾਲਾ ਹੋਣਾ ਬਹੁਤ ਜ਼ਿਆਦਾ ਲੱਕੀ ਹੋਣਾ ਜਿਹਨੂੰ ਇੰਨੀ ਸਿੰਸੀਅਰ ਡੀਸੈਂਟ ਔਰ ਜਿਹਨੇ ਜ਼ਮੀਨੋਂ ਉੱਠ ਕੇ ਕੁਝ ਅਚੀਵ ਕੀਤਾ ਨਾ ਉਹ ਹਮੇਸ਼ਾ ਡਾਊਨ ਟੂ ਅਰਥ ਰਹਿੰਦਾ ਉਹਨੂੰ ਪਤਾ ਹੁੰਦਾ ਕਿਸੇ ਚੀਜ਼ ਦੀ ਵੈਲਿਊ ਕੀ ਆ ਔਰ ਮੈਨੂੰ ਲੱਗਦਾ ਕਿ ਯੂ ਆਰ ਗੋਇੰਗ ਟੂ ਬੀ ਦ ਬੈਸਟ ਵਾਈਫ ਇਨ ਦ ਵਰਲਡ ਕਿਉਂ ਨਹੀਂ ਅਗਰ ਕਿਹਾ ਜਾਵੇ ਸਾਰਾ ਕੁਝ ਇਹ ਮਕਾਮ ਰਹੇਗਾ ਤੁਹਾਡੇ ਲਾਈਫ 'ਚ ਉਹਦੀਆਂ ਸੀਸਾ ਲਈਏ ਠੀਕ ਹੈ ਨਾ ਜ਼ਿਆਦਾ ਬੈਟਰ ਆ ਤੇ ਰੱਬ ਕਰੇ ਬਹੁਤ ਅੱਗੇ ਵਧੀਆ ਰਵੇ ਦੀ ਤੁਹਾਡਾ ਜੋ ਵੀ ਤੁਸੀਂ ਕਰਨਾ ਜਿੱਥੇ ਵੀ ਤੁਸੀਂ ਜਾਓ ਜਿਹੜੇ ਵੀ ਘਰ 'ਚ ਜਾਓ ਰੱਬ ਕਰੇ ਉਹ ਤੁਹਾਨੂੰ ਫੁੱਲਾਂ ਵਾਂਗੂ ਰੱਖੇ ਤੁਹਾਡੀ ਰਿਸਪੈਕਟ ਕਰੇ ਔਰ ਅਗਰ ਤੁਹਾਡਾ ਘਰ ਵਾਲਾ ਨਹੀਂ ਕਰੂਗਾ ਤਾਂ ਮੇਰੇ ਨਾਲ ਗੱਲ ਕਰਾ ਦੇ ਮੈਂ ਕਹਿ ਦੂੰਗਾ ਕਿ ਮੇਰੀ ਦੀਦੀ ਬਹੁਤ ਚੰਗੀ ਹੈ ਠੀਕ ਹੈ ਜੀ ਬਟ ਹਾਂ ਆਈ ਮਸਟ ਸੇ ਕਿ ਬਹੁਤ ਕਮੀ ਹੈ ਤੁਹਾਡੇ ਵਰਗੇ ਬੰਦਿਆਂ ਦੀ ਇੱਥੇ ਸਪੈਸ਼ਲੀ when it comes to people like you ਕਿਉਂ ਇਹ ਗੱਲ ਮੈਂ ਕਹੂੰਗਾ ਰੀਸੈਂਟ ਝਟਕਿਆਂ ਤੋਂ ਮੇਰੇ ਜਿਹੜੇ ਹੈਗੇ relationship people make relationship just to you know what would I say अपना काम ਕੱਢਿਆ ਲੱਤ ਮਾਰੀ ਠੀਕ ਹੈ ਔਰ ਕਿਆ ਇਹ ਨਹੀਂ ਉਹਨਾਂ ਨੇ ਦੇਖਣਾ ਕਿ ਹਾਂ ਉਹਨਾਂ ਦੀ ਵਜ੍ਹਾ ਨਾਲ ਕਿਸੇ ਨੇ ਕਿੰਨਾ ਕੁ ਸੈਕਰੀਫਾਈਸ ਕਿੰਨਾ ਕੀਤਾ ਕਿੰਨਾ ਕੁ ਨਹੀਂ ਅਗਰ ਮੈਂ ਇਹਨਾਂ ਦੀ ਡੀਸੈਂਸੀ ਦੀ ਗੱਲ ਕਰਾਂ ਨਾ ਕਿ ਯੂ نو ਜਸਟ ਸੋ ਡਾਊਨ ਟੂ ਅਰਥ ਆਈ ਮਸਟ ਸੇ ਕਿ ਕੁਛ ਇਦਾਂ ਵੀ ਜਿੱਦਾਂ ਫੰਕਸ਼ਨ ਦੀ ਗੱਲ ਕੀਤੀ ਹੈ ਇਹਨਾਂ ਨੇ ਕਦੀ ਇਦਾਂ ਨਹੀਂ ਕੀਤਾ ਨਹੀਂ ਸਰ ਮੈਂ ਕਰ ਦੇਣੀ ਅੱਛਾ ਝਾੜੂ ਲਗਾਉਣਾ ਚਲੋ ਮੈਂ ਲਗਾ ਦੇਣੀ
ਮੈਂ ਇਦਾਂ ਕਰ ਦਿੰਦੀ, ਤੁਸੀਂ ਇਦਾਂ ਨਾ ਕਰੋ ਸਰ, ਮੈਂ ਆ ਚੀਜ਼ ਕਰ ਦਿੰਦੀ ਹਾਂ। ਮਤਲਬ ਇਹ ਕਿੱਦਾਂ ਦਿਖਾਉਂਦਾ ਵਾ ਕਿ ਡੀਸੈਂਸੀ ਦਿਖਾਉਂਦਾ ਬੰਦੇ ਦੀ ਕਿ ਹਾਂ ਉਹ ਬੰਦਾ ਐਕਚੁਅਲ 'ਚ ਹੈ ਕਿੱਦਾਂ। ਕਮ ਟੂ ਦਾ ਪੁਆਇੰਟ। ਇੱਕ ਮੇਰੇ ਵੱਲੋਂ ਐਡਵਾਈਸ ਲੈ ਜਾਓ, ਕਦੀ ਵੀ ਕਿਸੇ ਨੂੰ ਹਰਟ ਨਾ ਕਰਿਓ ਜੀ, ਕਦੀ ਵੀ ਨਹੀਂ। ਜੋ ਹੈਗੇ ਨਾ ਉਹੀ ਰਹੀਓ। ਔਰ ਜਿਹੜੇ ਅੱਛੇ ਬੰਦੇ ਜਦੋਂ ਤੇਜ਼ ਬਣਦੇ ਨਾ ਤੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ। ਸੋ ਬੀ ਸੇਮ ਐਜ਼ ਯੂ ਆਰ। We need people like you as a sister, as a brother, as a ਕਿਸੇ ਨੂੰ ਵੀ as a wife, as a mother. We need people like you ਕਿ ਜਿਹੜੇ ਬਹੁਤ ਜ਼ਿਆਦਾ decent ਆ ਔਰ ਉਹੀ ਆ ਜੋ ਅੰਦਰ ਆ ਉਹੀ ਬਾਹਰ ਆ। And I think what I found in you ਕਿ ਤੁਸੀਂ ਜੋ ਅੰਦਰ ਆ ਉਹੀ ਤੁਸੀਂ ਬਾਹਰ ਆ। ਤੁਸੀਂ ਡਬਲ ਕ੍ਰਾਸ ਕਰਨ ਵਾਲੇ ਜੋ ਨਹੀਂ ਆ ਔਰ ਇਹ ਬਹੁਤ ਵਧੀਆ ਗੱਲ ਹੈ। Let's clap for Pooja.